ਲਵਪ੍ਰੀਤ ਸਿੰਘ ਸੰਧੂ ਹਾਜ਼ਰਾਂ ਇੱਕ ਵਾਰੀ ਫਿਰ ਲੈ ਕੇ ਅੱਜ ਦਾ ਮੁੱਦਾ ਲਾਈਵ ਮੇਰੇ ਨਾਲ ਜੁੜ ਚੁੱਕੇ ਨੇ ਰਜਿੰਦਰ ਮਹਿੰਦਰੂ ਜੀ ਤੇ ਕਮਲ ਮੰਜ਼ਲ ਜੀ। ਉਹਨਾਂ ਦਾ ਹਾਰਦਿਕ ਸਵਾਗਤ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਆਪਾਂ ਗੱਲਬਾਤ ਦਾ ਦੌਰ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਵੱਧ ਇਸ ਵਕਤ ਜਿਹੜੀ ਚਰਚਾ ਆ ਲੋਕ ਸਭਾ ਤੋਂ ਲੈ ਕੇ ਜਿਹੜੀ ਜਨ ਤੱਕ ਚਰਚਾ ਚੱਲ ਰਹੀ ਹੈ ਉਹ ਚੱਲ ਰਹੀ ਹੈ ਮਣੀਪੁਰ ਦੀ। ਮਣੀਪੁਰ ਦਾ ਇੱਕ ਵੀਡੀਓ ਬੜੀ ਦੇਰ ਘਟਨਾ ਵਾਪਰਨ ਤੋਂ ਲਗਭਗ 1.5 ਮਹੀਨਾ ਬਾਅਦ ਜਿਹੜਾ ਉਹ ਵਾਇਰਲ ਹੁੰਦਾ ਤੇ ਉਸ ਤੋਂ ਬਾਅਦ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਹੀ ਮੌਕਾ ਆ ਕਿ ਇੱਕ ਪਾਸੇ ਜਦੋਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਲੋਕ ਸਭਾ ਰਾਜ ਸਭਾ ਦਾ ਤੇ ਉਹਦੇ ਵਿੱਚ ਕਹਿੰਦੇ ਜੀ ਮੌਕਾ ਆ ਇਹਨਾਂ ਨੂੰ ਕਿ ਸਰਕਾਰ ਨੂੰ ਘੇਰਿਆ ਜਾਵੇ, ਇਹਨਾਂ ਨੂੰ ਬਿੱਲ ਨਾ ਪਾਸ ਕਰ ਦਿੱਤੇ ਜਾਣ। ਪਰ ਦੂਜੇ ਪਾਸੇ ਜਦੋਂ ਨਜ਼ਰ ਆਉਂਦੀ ਹੈ ਗੱਲ ਕਿ ਹਾਂ ਸੱਚਮੁੱਚ ਜਿਹੜੀ ਹੈ ਵਿਰੋਧੀ ਧਿਰ ਜਿਹੜੀ ਬਹੁਤ ਜ਼ਿਆਦਾ ਇਸ ਮਾਮਲੇ ਤੇ ਸਖਤ ਹੋਈ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਵੀ ਕਿਤੇ ਨਾ ਕਿਤੇ ਹੰਝੂ ਕੀਰਦੇ ਦਿਖਾਈ ਦਿੱਤੇ ਨੇ ਤੇ ਗੁੱਸੇ ਦਾ ਪ੍ਰਗਟਾਵਾ ਕਰਦੇ ਦਿਖਾਈ ਦਿੱਤੇ ਨੇ। ਉਹ ਕਹਿੰਦੇ ਨੇ ਕਿ ਏਦਾਂ ਦੀ ਮੰਦਭਾਗੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ। ਪਰ ਜਦੋਂ ਗੱਲ ਅੱਗੇ ਵੱਧਦੀ ਹੈ ਤੇ ਮੁੱਖ ਮੰਤਰੀ ਮਣੀਪੁਰ ਦੇ ਕਹਿੰਦੇ ਨੇ ਕਿ ਲਓ ਜੀ ਇਹ ਇੱਕ ਘਟਨਾ ਨਹੀਂ, ਏਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਵਾਇਰਲ ਜਿਹੜੀ ਹੈ ਉਹ ਇੱਕ ਘਟਨਾ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਜਿਹੜਾ ਉਹ ਲਗਾਤਾਰ ਚੱਲ ਰਿਹਾ ਤੇ ਜਦੋਂ ਬੀਜੇਪੀ ਵਾਲੇ ਇਸ ਦੇ ਉੱਤੇ ਅੱਗੇ ਵੱਧਦੇ ਹੋਏ ਪਤਾ ਲੱਗਦਾ ਕਿ ਉੱਥੇ ਹੀ ਨਹੀਂ ਮਣੀਪੁਰ ਦੇ ਨਾਲ ਨਾਲ ਜਿਹੜਾ ਪੱਛਮੀ ਬੰਗਾਲ ਦੀ ਗੱਲ ਖਾਸ ਤੌਰ ਤੇ ਉਭਾਰੀ ਜਾਂਦੀ ਹੈ, ਬਿਹਾਰ ਦੇ ਵਿੱਚ ਗੱਲ ਉਭਾਰੀ ਜਾਂਦੀ ਹੈ, ਰਾਜਸਥਾਨ 'ਚ ਉਭਾਰੀ ਜਾਂਦੀ ਹੈ ਕਿ ਇਹਨਾਂ ਸੂਬਿਆਂ ਦੇ ਵਿੱਚ ਵੀ ਜਿਹੜਾ ਔਰਤਾਂ ਦੇ ਨਾਲ ਇਸ ਤਰ੍ਹਾਂ ਦੀਆਂ ਬਦਸਲੂਕੀਆਂ ਸਮੂਹਿਕ ਜਿਹੜੇ ਜਬਰ ਜਨਾਹ ਉਹ ਹੋਏ ਨੇ, ਉਹਨਾਂ ਦੀ ਘਟਨਾ ਵਾਪਰਦੀ। ਤੇ ਹੁਣ ਗੱਲ ਜਿਹੜੀ ਹੈ ਇਸ ਵਕਤ ਕਿਉਂਕਿ ਚਰਚਾ ਕੀਤੀ ਸੀ ਵਿਰੋਧੀ ਧਿਰ ਨੇ ਕਿ ਇਹਦੇ ਉੱਤੇ ਚਰਚਾ ਕਰਵਾਈ ਜਾ, ਸਰਕਾਰ ਚਰਚਾ ਲਈ ਤਿਆਰ ਹੋ ਗਈ ਹੈ ਪਰ ਕਿਤੇ ਨਾ ਕਿਤੇ ਜਿਹੜਾ ਤੁੱਕਾ ਉਹ ਇਸ ਤੇ ਫਸਦਾ ਨਜ਼ਰ ਆ ਰਿਹਾ ਕਿਉਂਕਿ ਹੁਣ ਅਨੁਰਾਗ ਠਾਕਰ ਜੀ ਕੇਂਦਰੀ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਕਿ ਮਣੀਪੁਰ ਦੀ ਹਿੰਸਾ ਦੇ ਉੱਤੇ ਸੰਸਦ ਵਿੱਚ ਚਰਚਾ ਵਿੱਚ ਸ਼ਾਮਲ ਹੋਵੇ ਵਿਰੋਧੀ ਧਿਰ ਤਾਂ ਚੰਗੀ ਗੱਲ ਹੈ। ਕਹਿੰਦੇ ਇਹਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ। ਕੀ ਲੱਗਦਾ ਵਿਰੋਧੀ ਧਿਰ ਦਾ ਇਹ ਵਤੀਰਾ ਕਿ ਇੱਕ ਪਾਸੇ ਤਾਂ ਖੱਪ ਜ਼ਰੂਰ ਪਾਈ ਕਿ ਲਓ ਜੀ ਚਰਚਾ ਕੀਤੀ ਜਾਵੇ, ਜਦੋਂ ਚਰਚਾ ਲਈ ਸਰਕਾਰ ਤਿਆਰ ਹੈ ਤੇ ਚਰਚਾ ਕਰਨ ਦੀ ਥਾਂ ਤੇ ਜਿਹੜਾ ਉਹਨੂੰ ਬਾਹਰ ਜਨਤਾ ਦੇ ਵਿੱਚ ਜਿਹੜਾ ਮੁੱਦੇ ਨੂੰ ਜ਼ਿਆਦਾ ਉਭਾਰਿਆ ਜਾ ਰਿਹਾ ਤੇ ਨਾਲ ਦੀ ਨਾਲ ਇਹ ਵੀ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ ਜਦੋਂ ਬਾਹਰ ਰੌਲਾ ਪੈ ਰਿਹਾ ਤੇ ਬੀਜੇਪੀ ਦੇ ਕੋਲ ਵੀ ਕੁਛ ਐਸੀਆਂ ਚੀਜ਼ਾਂ ਆ ਗਈਆਂ ਨੇ ਕਿਤੇ ਸਾਹਮਣੇ ਮੁਕਾਬਲੇ ਤੋਂ ਤਾਂ ਨਹੀਂ ਡਰਦੇ ਤੇ ਦੂਜੇ ਪਾਸੇ ਗੱਲ ਇਹ ਆ ਜਿੱਥੇ ਇੱਕ ਪਾਸੇ ਵਿਰੋਧੀ ਧਿਰ ਦਾ ਇਹ ਵਤੀਰਾ ਆ ਤੇ ਹੁਣ ਬੀਜੇਪੀ ਵਾਲਿਆਂ ਦੇ ਵੀ ਨਜ਼ਰ ਆ ਰਿਹਾ ਕਿ ਉਹ ਵੀ ਮਹਾਤਮਾ ਗਾਂਧੀ ਦੀ ਜਿਹੜੀ ਹੈ ਉਹਦੇ ਨੇੜੇ ਬੈਠ ਕੇ ਉਹ ਵੀ ਜਿਹੜਾ ਉਹ ਪੱਛਮੀ ਬੰਗਾਲ ਤੇ ਹੋਰ ਜਿਹੜੇ ਸੂਬੇ ਆ ਉਹਨਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦਾ ਮੁੱਦਾ ਉੱਥੇ ਉਭਾਰ ਰਹੇ ਨੇ। ਕਿਵੇਂ ਦੇਖਦੇ ਹੋ ਕਮਲ ਮੰਜ਼ਲ ਜੀ? ਸੰਧੂ ਸਾਹਿਬ, ਇਹ ਬੜੀ ਮੰਦਭਾਗੀ ਔਰ ਸਾਡੇ ਦੇਸ਼ ਦੇ ਉੱਤੇ ਇੱਕ ਬੜੀ ਮੈਂ ਕਹਿੰਦਾ ਕਿ ਧੱਬੇ ਵਾਲੀ ਘਟਨਾ ਆ ਜਿਹੜੀ ਮਣੀਪੁਰ ਦੇ ਵਿੱਚ ਹੋਈ ਆ। ਬਟ ਇਹ ਇਕੱਲੇ ਮਣੀਪੁਰ ਦੀ ਘਟਨਾ ਨਹੀਂ, ਇਸ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਐਸੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਨੇ ਔਰ ਇਹ ਸਾਡੇ ਵਾਸਤੇ ਬੜੀ ਤਰਾਸਦੀ ਦੀ ਗੱਲ ਹੈ। ਤੇ ਜਦੋਂ ਅਸੀਂ ਚੰਦਰਮਾ ਦੇ ਪਹੁੰਚ ਗਏ ਆ, ਚੰਦਰਮਾ ਦੇ ਉੱਤੇ ਸਾਡੇ ਯਾਨ ਜਿਹੜੇ ਨੇ ਸਫਲਤਾਪੂਰਵਕ ਪਹੁੰਚ ਰਿਹਾ ਔਰ ਗੁਰੂ ਨਾਨਕ ਸਾਹਿਬ ਦੇ ਅਲਫਾਜ਼ ਸੀਗੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੇ ਜਿਹੜੀ ਔਰਤ ਸਾਨੂੰ ਜਨਮ ਦੇਣ ਵਾਲੀ ਆ ਅੱਜ ਵੀ ਜੇ ਉਹ ਸੁਰੱਖਿਅਤ ਨਹੀਂ ਤੇ ਸਾਡੇ ਵਾਸਤੇ ਬੜੀ ਮੰਦਭਾਗੀ ਗੱਲ ਆ। ਔਰ ਇਹਦੇ ਉੱਤੇ ਜੇ ਕੋਈ ਸਾਰਥਕ ਚਰਚਾ ਦੀ ਗੱਲ ਛਿੜਦੀ ਆ ਤੇ ਉਹਦੇ ਉੱਤੇ ਵਿਪਕਸ਼ ਜਿਹੜਾ ਵਾ ਸਿਰਫ ਰਾਜਨੀਤੀ ਕਰਨ ਦੀ ਨੀਤੀ ਨਾਲ ਆਵੇ ਤੇ ਇਹ ਵਿਪਕਸ਼ ਵਾਸਤੇ ਵੀ ਡੁੱਬ ਮਰਨ ਤੇ ਸ਼ਰਮ ਦੀ ਗੱਲ ਹੈ। ਇਹਦੇ ਤੇ ਮੈਂ ਕਹਿੰਦਾ ਕਿ ਸਾਰਥਕ ਚਰਚਾ ਹੋਣੀ ਚਾਹੀਦੀ ਹੈ, ਚਾਹੇ ਉਹ ਪੱਛਮ ਬੰਗਾਲ ਦੀ ਘਟਨਾ ਹੋਵੇ, ਚਾਹੇ ਰਾਜਸਥਾਨ ਦੀ ਹੋਵੇ ਤੇ ਚਾਹੇ ਹੋਵੇ ਮਣੀਪੁਰ ਦੀ ਜਾਂ ਵਾਟਐਵਰ ਕਿਸੇ ਵੀ ਸੂਬੇ ਦੀ ਘਟਨਾ ਹੋਵੇ। ਇਹਦੇ ਤੇ ਪਾਰਲੀਮੈਂਟ ਹਾਊਸ ਦੇ ਵਿੱਚ ਇੱਕ ਸਾਰਥਕ ਚਰਚਾ ਕਰਕੇ ਇਹਦੇ ਹੱਲ ਕੱਢਣ ਵਾਸਤੇ ਵਸੀਲੇ ਤਿਆਰ ਕੀਤੇ ਜਾਣ, ਨਾ ਕਿ ਸਿਰਫ ਰੋਪ ਪ੍ਰਤੀ ਰੋਪ ਦਾ ਜਿਹੜਾ ਅਸੀਂ ਦੌਰ ਚਲਾ ਰਹੇ ਹਾਂ ਵੀ ਮੌਕਾ ਵੇਖਿਆ ਤੇ ਅਸੀਂ ਇਹਦੇ ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਉਸ ਘਟਨਾ ਦੀ ਗਹਿਰਾਈ ਤੱਕ ਜਾਣ ਦੀ ਥੋੜੀ ਕੋਸ਼ਿਸ਼ ਕੀਤੀ। ਮੈਂ ਨਿਊਜ਼ ਪੇਪਰਾਂ ਤੋਂ ਜਰੀਏ ਤੋਂ ਮੈਨੂੰ ਇਹ ਪਤਾ ਲੱਗਾ ਕਿ ਇਹ ਸਾਰੀ ਘਟਨਾ ਦੇ ਪਿੱਛੇ ਇੱਕ ਫੇਕ ਨਿਊਜ਼ ਬੇਸ ਸੀਗੀ ਜਿਹਦੇ ਵਿੱਚ ਇੱਕ ਪਲਾਸਟਿਕ ਦੇ ਟਾਟ ਦੇ ਵਿੱਚ ਬੰਨੀ ਹੋਈ ਲਾਸ਼ ਨੂੰ ਵੇਖ ਕਰਕੇ ਇਹ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ, ਜਦ ਕਿ ਉਹ ਲਾਸ਼ ਜਿਹੜੀ ਦਿੱਲੀ ਦੀ ਸੀਗੀ ਤੇ ਬਟ ਉਹਨੂੰ ਮਣੀਪੁਰ ਦੀ ਦੱਸ ਕੇ ਉਹਦੇ ਤੋਂ ਹੀ ਇਹ ਦੋ ਸਮੁਦਾਇ ਜਿਹੜੀਆਂ ਆਪਸ ਚ ਭਿੜ ਗਈਆਂ ਤੇ ਇਹ ਭਿਆਨਕ ਜਿਹੜਾ ਦ੍ਰਿਸ਼ ਬਣ ਕੇ ਸਾਡੇ ਦੇਸ਼ ਦੇ ਸਾਹਮਣੇ ਆ ਗਿਆ। ਇਹ ਸਾਡੇ ਵਾਸਤੇ ਬੜੀ ਤਰਾਸਦੀ ਦੀ ਗੱਲ ਹੈ ਔਰ ਸਰਕਾਰਾਂ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ
ਜਿਹੜੇ ਵੀ ਲੋਕ ਐਸੀਆਂ ਚੀਜ਼ਾਂ ਦਾ ਪ੍ਰਚਾਰ ਕਰਦੇ ਨੇ ਜਾਂ ਇਹਨਾਂ ਚੀਜ਼ਾਂ ਨੂੰ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਉੱਤੇ ਵੀ ਅੰਕੁਸ਼ ਲੱਗਣਾ ਬੜਾ ਜ਼ਰੂਰੀ ਆ। ਬਹੁਤ ਸਾਰਾ ਕੰਮ ਇਹਦੇ ਤੇ ਹੋਣ ਵਾਲਾ ਆ ਤੇ ਮੇਰਾ ਇਹ ਮੰਨਣਾ ਕਿ ਆਪੋਜੀਸ਼ਨ ਥੋੜਾ ਸੁਚਾਰੂ ਰੂਪ ਦਿਖਾ ਕੇ ਜੇ ਸਰਕਾਰ ਇਹਦੇ ਤੇ ਗੱਲਬਾਤ ਕਰਨ ਨੂੰ ਤਿਆਰ ਹੈ ਤੇ ਗੱਲਬਾਤ ਦੇ ਤਰੀਕੇ ਨਾਲ ਇਹਦੇ ਹੱਲ ਕੱਢੇ ਜਾਣ। ਇਹਦੇ ਉੱਤੇ ਕਾਂਗਰਸ ਦਾ ਇੱਕ ਬਿਆਨ ਵੀ ਆ ਗਿਆ ਕਿ ਜਦੋਂ ਤੱਕ ਮੁੱਖ ਮੰਤਰੀ ਉੱਥੇ ਬਿਰੇਨ ਨੇ ਉਦੋਂ ਤੱਕ ਕਹਿੰਦੇ ਸ਼ਾਂਤੀ ਨਹੀਂ ਹੋ ਸਕਦੀ। ਦੂਜੇ ਪਾਸੇ ਗੱਲ ਕਰੀਏ ਅਸਾਮ ਦੇ ਮੁੱਖ ਮੰਤਰੀ ਆ ਜਿਹੜੇ ਬੀਜੇਪੀ ਦੇ ਪੱਖ ਦੇ ਨੇ, ਹੇਮੰਤ ਬਿਸਵਾ ਸ਼ਰਮਾ, ਉਹ ਕਰ ਰਹੇ ਨੇ ਮਣੀਪੁਰ ਵਿੱਚ ਜਿਹੜੀ ਹਿੰਸਾ ਹੋਈ ਆ ਉਹਦੇ ਲਈ ਪਿਛਲੀਆਂ ਜਿਹੜੀਆਂ ਕਾਂਗਰਸ ਸਰਕਾਰਾਂ ਉਹ ਜ਼ਿੰਮੇਵਾਰ ਨੇ। ਤੇ ਮਣੀਪੁਰ ਦੀ ਘਟਨਾ ਉੱਤੇ ਕੇਰਲ ਦੇ ਜਿਹੜੇ ਰਾਜਪਾਲ ਨੇ ਆਰਿਫ ਮੁਹੰਮਦ ਖਾਨ, ਉਹ ਵੀ ਬਿਆਨ ਦੇ ਰਹੇ ਨੇ ਕਿ ਸਾਡਾ ਸਿਰ ਸ਼ਰਮ ਨਾਲ ਝੁਕ ਗਿਆ। ਤੇ ਨਾਲ ਦੀ ਨਾਲ ਸਵਾਤੀ ਮਾਲੀਵਾਲ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਮੁਖੀ ਹੈ, ਉਹ ਵੀ ਕਿਤੇ ਨਾ ਕਿਤੇ ਜਿਹੜੀ ਮਣੀਪੁਰ ਦੇ ਵਿੱਚ ਪਹੁੰਚੀ ਹੋਈ ਹੈ ਤੇ ਉਹਦੇ ਉੱਤੇ ਜਦੋਂ ਇਲਜ਼ਾਮ ਲੱਗਾ ਕਿ ਤਾਂ ਰਾਜਨੀਤੀ ਕਰ ਰਹੇ, ਤੇ ਫਿਰ ਉਹਨਾਂ ਦਾ ਬਿਆਨ ਆ ਰਿਹਾ ਕਿ ਰਾਜਨੀਤੀ ਕਰਨ ਵਾਸਤੇ ਨਹੀਂ, ਸਹਾਇਤਾ ਕਰਨ ਵਾਸਤੇ ਜਿਹੜੀ ਹੈ ਸਵਾਤੀ ਮਾਲੀਵਾਲ ਜਿਹੜੀ ਪਹੁੰਚੀ ਹੈ। ਇਹ ਬਿਆਨਬਾਜ਼ੀ ਜਿਹੜੀ ਹੈ ਇਹ ਕੀ ਦਰਸਾਉਂਦੀ ਹੈ? ਤੇ ਨਾਲ ਦੀ ਨਾਲ ਚਿੰਤਾ ਇਸ ਗੱਲ ਦੀ ਹੈ ਕਿ ਸਿਆਸੀ ਪਾਰਟੀਆਂ ਤੇ ਸਿਆਸਤ ਕਰੀ ਜਾ ਰਹੀਆਂ ਨੇ, ਪਰ ਉੱਥੇ ਜਦੋਂ ਹੁਣ ਧਮਕੀ ਜਿਹੜੀ ਹੈ ਉਹ ਲੱਗੀ ਹੋਈ ਹੈ, ਉਸ ਤੋਂ ਬਾਅਦ ਜਿਹੜੇ ਮੈਤੀ ਜਿਹੜੇ ਭਾਈਚਾਰੇ ਦੇ ਲੋਕ ਆ, ਸਮਝਿਆ ਲਿਆ ਜਾਂਦਾ ਕਿ ਸੱਤਾ ਵਿੱਚ ਉਹ ਜ਼ਿਆਦਾ ਲੋਕ ਨੇ, ਉਹਨਾਂ ਦੇ ਨੁਮਾਇੰਦੇ ਉਹਨਾਂ ਦੇ ਜ਼ਿਆਦਾ ਨੇ, ਪਰ ਕਿਤੇ ਨਾ ਕਿਤੇ ਇਹ ਜਿਹੜੇ ਭਾਰਤੀ ਕਲਚਰ ਨਾਲ ਹਾਲੇ ਤੱਕ ਜੁੜੇ ਹੋਏ ਲੋਕ ਨੇ ਜਿਹੜੇ ਕਿ ਹਾਲੇ ਤੱਕ ਵੀ ਜਿਹੜੀ ਖਿਲਾਫਤ ਦਾ ਪੱਲਾ ਜਿਹੜਾ ਉਹ ਨਹੀਂ ਛੱਡਦੇ। ਤੇ ਕਹਿੰਦੇ 41 ਲੋਕ ਜਿਹੜੇ ਡਰ ਗਏ ਨੇ ਤੇ ਉਹ ਡਰ ਕੇ ਮਿਜ਼ੋਰਮ ਛੋੜ ਕੇ ਉਹ ਵੀ ਅਸਾਮ ਪਹੁੰਚ ਗਏ ਨੇ। ਮਿਜ਼ੋਰਮ ਦੇ ਵਿੱਚ ਵੀ ਨਾਲ ਦੇ ਨਾਲ ਜਿਹੜੇ ਇਹ ਹਾਲਾਤ ਉੱਥੇ ਪੈਦਾ ਹੋ ਰਹੇ ਨੇ, ਮਣੀਪੁਰ ਦੇ ਨਾਲ ਨਾਲ ਮਿਜ਼ੋਰਮ ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਆ ਮਿਜ਼ੋਰਮ 'ਚ ਚੱਲ ਰਹੇ ਨੇ। ਤੇ ਨਾਲ ਦੀ ਨਾਲ ਉੱਥੇ ਇੱਕ ਸਿਵਲ ਸੁਸਾਇਟੀ ਗਰੁੱਪ ਆ, ਉਹਨੇ ਵੀ ਪਿੱਛੇ ਇੱਕ ਜਿਹੜੀ ਹੈ ਇਸ ਤਰ੍ਹਾਂ ਦੇ ਆਸਮ ਰਾਈਫਲਸ ਜਿਹੜੀ ਆ ਉਹਨੇ ਪਰਚਾ ਦਰਜ ਕੀਤਾ ਆ ਮਣੀਪੁਰ ਇੰਟਰਗ੍ਰਿਟੀ ਪਰ ਸਮਨਵੈ ਸਥਿਤੀ ਕਹਿੰਦੇ ਉਹਨੂੰ, ਕੋਮੀ, ਉਹਦਾ ਮੁਖੀ ਹੈ ਜਤਿੰਦਰ, ਉਹਦੇ ਖਿਲਾਫ ਮਾਨਹਾਨੀ ਦਾ ਪਰਚਾ ਦਰਜ ਕੀਤਾ। ਉਹਨਾਂ ਲੋਕਾਂ ਨੂੰ ਪੁਲਿਸ ਦੇ ਜਿਹੜੇ ਲੁੱਟੇ ਹਥਿਆਰ ਆ ਉਹ ਵਾਪਸ ਨਾ ਕਰਨ ਦਾ ਲਈ ਕਿਹਾ ਸੀ ਵੀ ਕੋਈ ਵਾਪਸ ਕਰਨ ਦੀ ਲੋੜ ਨਹੀਂ। ਤੇ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਮਹਿੰਦਰੋ ਜੀ? ਇਸ ਵਿੱਚ ਸੰਧੂ ਸਾਹਿਬ ਇਹ ਹੈ ਕਿ ਜਿਹੜੇ ਇਹ ਹਾਲਾਤ ਹੈ, ਆਪਣੀ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਸੀ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਸੱਤਾ ਦੇ ਵਿੱਚ ਵਿਰਾਜਮਾਨ ਪਾਰਟੀ ਜਿਹੜੀ ਹੈ ਕੇਂਦਰ ਦੇ ਵਿੱਚ ਹੈ ਔਰ ਜਿਹੜੀ ਉਸ ਰਾਜ ਦੇ ਵਿੱਚ ਹੈ ਉਹਦੇ ਨਾਲ ਗੱਲ ਕਰਕੇ ਇਸ ਮਸਲੇ ਦਾ ਇੱਕ ਐਸਾ ਹੱਲ ਕੱਢਣਾ ਚਾਹੀਦਾ ਹੈ ਕਿ ਕਿਸੇ ਵੀ ਰਾਜ ਦੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ। ਕਿਉਂਕਿ ਗੱਲ ਉੱਠੀ ਸਿਰਫ ਇੱਕ ਵੀਡੀਓ ਨੂੰ ਲੈ ਕੇ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਘਟਨਾ ਹੋਣ ਤੋਂ ਕਾਫੀ ਦਿਨ ਬਾਅਦ ਉਹ ਘਟਨਾ ਜਿਹੜੀ ਹੈ ਵੀਡੀਓ ਦੇ ਉੱਤੇ ਵਾਇਰਲ ਹੁੰਦੀ ਆ, ਔਰ ਜਦੋਂ ਉਹ ਘਟਨਾ ਵਾਇਰਲ ਹੁੰਦੀ ਆ ਤਾਂ ਵਿਰੋਧੀ ਪਾਰਟੀਆਂ ਵੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਐਕਟਿਵ ਹੋ ਜਾਂਦੀਆਂ ਤੇ ਜਿਹੜੀ ਸੱਤਾ ਦੇ ਵਿੱਚ ਪਾਰਟੀ ਆ ਉੱਥੇ ਉਹ ਵੀ ਪਾਰਟੀ ਜਿਹੜੀ ਹੈ ਇਸ ਗੱਲ ਦੇ ਲਈ ਵਿਚਾਰ ਜਵਾਬ ਦੇਣ ਦੇ ਲਈ ਅੱਗੇ ਆਉਂਦੀ ਆ। ਫਿਰ ਗੱਲ ਕੇਂਦਰ ਦੇ ਵਿੱਚ ਚੱਲਦੀ ਆ, ਸਦਨ ਤੱਕ ਗੱਲ ਪਹੁੰਚਦੀ ਆ ਤੇ ਉਸ ਦਿਨ ਵੀ ਆਪਣੀ ਇਹੀ ਚਰਚਾ ਹੋ ਰਹੀ ਸੀ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸ ਰਾਜ ਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਹੈ ਉਸ ਦਾ ਅਸੀਂ ਮਸਲੇ ਨੂੰ ਉਭਾਰ ਕੇ ਦਿਖਾਈਏ ਔਰ ਜਿਹੜੀਆਂ ਸਾਡੀਆਂ ਸਾਥੀ ਪਾਰਟੀਆਂ ਜਿਹੜੀਆਂ ਸਾਡੀਆਂ ਸਟੇਟਾਂ ਦੇ ਵਿੱਚ ਹੈਗੀਆਂ ਉਹਨਾਂ ਨੂੰ ਅਸੀਂ ਜਿਹੜਾ ਆ ਦਬਾ ਕੇ ਚੱਲੀਏ। ਇਹਨਾਂ ਚੀਜ਼ਾਂ ਤੋਂ ਜਿਹੜਾ ਆ ਉਹਨਾਂ ਨੂੰ ਬਚ ਕੇ ਚੱਲਣਾ ਚਾਹੀਦਾ ਔਰ ਇਨਸਾਨੀ ਨਾਤੇ ਜਿਹੜਾ ਆ ਉਹਨਾਂ ਨੂੰ ਅੱਗੇ ਆ ਕੇ ਐਸੀਆਂ ਘਟਨਾਵਾਂ ਦੇ ਉੱਪਰ ਔਰ ਐਸੀਆਂ ਜਿਹੜੀਆਂ ਘਟਨਾਵਾਂ ਕਰਨ ਵਾਲੇ ਜਿਹੜੇ ਲੋਕ ਹੈ, ਛੋਟੀ ਸੋਚ ਵਾਲੇ ਲੋਕ ਹੈ ਜਾਂ ਜਿਹੜੇ ਕਿਸੇ ਵੀ ਮਤਲਬ ਦੇ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ, ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣ ਦੀ ਜਿਹੜੇ ਆ ਪ੍ਰਾਵਧਾਨ ਜਿਹੜੇ ਕਾਨੂੰਨ ਦੇ ਵਿੱਚ ਹੈਗੇ ਆ ਉਹਨਾਂ ਦਾ ਵੀ ਇਸਤੇਮਾਲ ਕਰਨਾ ਚਾਹੀਦਾ। ਔਰ ਅਗਰ ਜਿੱਥੇ ਕਾਨੂੰਨ ਦੇ ਵਿੱਚ ਕਿਸੇ ਪ੍ਰਾਵਧਾਨ ਨੂੰ ਸੰਸ਼ੋਧਨ ਕਰਨ ਦੀ ਲੋੜ ਹੈ ਤਾਂ ਸਰਕਾਰਾਂ ਦੇ ਕੋਲ ਇਹ ਤਾਕਤ ਹੁੰਦੀ ਹੈ ਕਿ ਉਸ ਦੇ ਵਿੱਚ ਆਪਣੀ ਉਸ ਚੀਜ਼ ਨੂੰ ਸੰਸ਼ੋਧਨ ਕਰਕੇ ਇਹਦੇ ਉੱਤੇ ਸਖਤ ਤੋਂ ਸਖਤ ਸਜ਼ਾਵਾਂ ਦਾ ਪ੍ਰਾਵਧਾਨ ਕਰਨ ਤਾਂ ਕਿ ਕਿਸੇ ਵੀ ਕਾਨੂੰਨ ਔਰ ਕ੍ਰਿਮੀਨਲ ਪ੍ਰਵਿਰਤੀ ਦੇ ਲੋਕਾਂ ਨੂੰ ਕਦੇ ਵੀ ਕੋਈ ਮੌਕਾ ਨਹੀਂ ਮਿਲਣਾ ਚਾਹੀਦਾ ਕਿ ਉਹ ਕਿਸੇ ਵੀ ਗਰੀਬ ਹੋਵੇ ਜਾਂ ਕੋਈ ਵੀ ਤਾਕਤਵਰ ਹੋਵੇ, ਕਿਸੇ ਦੀ ਵੀ ਕਿਸੇ ਲੜਕੀ
ਔਰਤ ਜਿਹੜੀ ਹੈ, ਚਾਹੇ ਉਹ ਅਬਲਾ ਹੋਵੇ ਚਾਹੇ ਉਹ ਸક્ષਮ ਹੋਵੇ, ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਘਿਨੌਣੀ ਘਟਨਾ ਜਿਹੜੀ ਆ ਉਹ ਕਰਨ ਦਾ ਹਿੰਮਤ ਨਾ ਕਰੇ। ਇਸ ਦੇ ਲਈ ਰਾਜਨੀਤਿਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਤੇ ਸੱਤਾ ਦੇ ਵਿੱਚ ਜਿਹੜੀਆਂ ਵਿਰਾਜਮਾਨ ਪਾਰਟੀਆਂ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਅੱਗੇ ਆ ਕੇ ਵੱਧ ਤੋਂ ਵੱਧ ਸਖਤ ਸਜ਼ਾਵਾਂ ਦਾ ਜਿਹੜਾ ਹੈ ਇਹਦੇ ਅੰਦਰ ਪ੍ਰਾਵਧਾਨ ਕਰਨ, ਤਾਂ ਕਿ ਕਿਸੇ ਵੀ ਰਾਜ ਦੇ ਵਿੱਚ ਇਹ ਚੀਜ਼ਾਂ ਨਾ ਹੋਣ। ਸਾਨੂੰ ਇਹ ਚੀਜ਼ਾਂ ਤਾਂ ਜ਼ਿਆਦਾ ਲੱਗਦੀਆਂ ਕਿਉਂਕਿ ਸਾਡੀ ਜਿਹੜੀ ਸਟੇਟ ਹੈ, ਪੰਜਾਬ ਸਟੇਟ, ਇਸ ਦੇ ਵਿੱਚ ਇਨਸਾਨੀਅਤ ਬਹੁਤ ਜ਼ਿੰਦਾ ਹੈ, ਕਿਉਂਕਿ ਇੱਥੇ ਕੋਈ ਵੀ ਕਿਸੇ ਵੀ ਧਰਮ ਦੇ ਕਿਸੇ ਵੀ ਮਜ਼ਲੂਮ ਦੇ ਨਾਲ ਕੋਈ ਵੀ ਅਗਰ ਕੋਈ ਜੁਰਮ ਕਰਦਾ ਹੈ ਤਾਂ ਲੋਕ ਅੱਗੇ ਆ ਕੇ ਖੜੇ ਹੋ ਜਾਂਦੇ ਆ। ਪਰ ਇਤੋਂ ਬਾਹਰ ਅਗਰ ਨਿਕਲ ਜਾਈਏ ਥੋੜਾ ਜਿਹਾ, ਤਾਂ ਦੂਸਰੀਆਂ ਪਰਲੀਆਂ ਜਿਹੜੀਆਂ ਸਟੇਟਾਂ ਹੈ, ਜਿਹੜੀਆਂ ਪੂਰਵੋਤਰ ਵਾਲੀਆਂ, ਉਹਨਾਂ ਦੇ ਵਿੱਚ ਜਿਹੜੇ ਗਰੀਬ ਲੋਕ ਹੈ ਜਾਂ ਉੱਥੇ ਜਿਹੜਾ ਧਰਮ ਦਾ ਬਹੁਤ ਜ਼ਿਆਦਾ ਉਹ ਕਰਦੇ ਆ, ਉਹਦੇ ਜਾਤ ਪਾਤ ਦਾ ਬਹੁਤ ਜ਼ਿਆਦਾ ਕਰਦੇ ਆ, ਉੱਥੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ। ਪਰ ਇਹਦੇ ਵਿੱਚ ਸਾਰੀ ਦੁਨੀਆ ਨੂੰ ਔਰ ਪੂਰੇ ਦੇਸ਼ ਦੇ ਲੋਕਾਂ ਨੂੰ ਔਰ ਪੂਰੀ ਦੇਸ਼ ਦੀ ਰਾਜਨੀਤਿਕ ਪਾਰਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ ਜਲਦੀ ਤੋਂ ਜਲਦੀ ਸਖਤੀ ਦੇ ਨਾਲ ਰੋਕ ਲਗਾਉਣੀ ਚਾਹੀਦੀ ਆ, ਤਾਂ ਹੀ ਇਹ ਚੀਜ਼ਾਂ ਰੁਕ ਸਕਣਗੀਆਂ। ਜੀ ਕਮਰ ਮੰਜ਼ਲ ਜੀ, ਤੁਸੀਂ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਉੱਤੇ ਵਾਇਰਲ ਤਸਵੀਰਾਂ ਦੀ ਕਿ ਉਹਦਾ ਕਾਰਨ ਉਹਦੇ ਪਿੱਛੇ ਕੋਈ ਹੋਰ ਸੀ। ਮਹਿੰਦਰੋ ਜੀ, ਠੀਕ ਹੈ, ਗੱਲ ਸਹੀ ਹੈ ਕਿ ਮਾਨਸਿਕਤਾ ਦਾ ਬੜਾ ਵੱਡਾ ਫਰਕ ਹੁੰਦਾ, ਪਰ ਜਿਸ ਵਕਤ ਕੋਈ ਅਫਵਾਹ ਫੈਲ ਜਾਂਦੀ, ਕਿਸੇ ਦੀਆਂ ਭਾਵਨਾਵਾਂ ਨੂੰ ਜਿਹੜਾ ਉਹ ਹਰਟ ਕਰਦਾ ਜਾਂਦਾ, ਫਿਰ ਬੰਦਾ ਉਸ ਵਿੱਚ ਅੰਨਾ ਹੋ ਜਾਂਦਾ ਨਫ਼ਰਤ 'ਚ, ਫਿਰ ਉਹ ਨਹੀਂ ਸੋਚਦਾ ਕਿ ਇਹਦੇ 'ਚ ਹਕੀਕਤ ਕਿੰਨੀ ਹੈ ਤੇ ਕਿੰਨੀ ਨਹੀਂ ਹੈ। ਤੇ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਬਹੁਤੀਆਂ ਅਫਵਾਹਾਂ, ਇਹ ਝੂਠੀਆਂ ਖਬਰਾਂ, ਫੇਕ ਨਿਊਜ਼ ਨੇ ਜਿਹੜੀ ਹੈ ਇਹ ਸਾਨੂੰ ਹਵਾ ਦਿੱਤੀ ਹੈ। ਜਦੋਂ ਜਿਹੜਾ ਉੱਥੇ ਮੰਨਿਆ ਜਾ ਰਿਹਾ ਕਿ ਜੇ ਧਰਮ ਤਬਦੀਲੀ ਹੋਣ ਤੋਂ ਬਾਅਦ ਜਿਹੜੇ ਇੱਕ ਦੂਜੇ ਪ੍ਰਤੀ ਭਾਈਚਾਰਿਆਂ ਦੇ ਵਿਚਾਲੇ ਜਿਹੜੀ ਨਫ਼ਰਤ ਅੰਦਰੋਂ ਦੀ ਘਰ ਕਰ ਰਹੇ ਸੀ, ਇੱਕ ਭਾਈਚਾਰੇ ਨੂੰ ਸਰਕਾਰ ਵੱਲੋਂ ਜਿਹੜੀ ਮਾਨਤਾ ਜਾਂ ਉਹਨੂੰ ਸਹੂਲਤਾਂ ਦੇਣ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਤੇ ਜਿਹੜਾ ਕਿ ਪਿੱਛੇ ਫੈਸਲਾ ਹੋਇਆ ਸੀ ਪੁਰਾਣਾ, ਉਹਦੇ ਉੱਤੇ ਕਾਰਵਾਈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜਿਹੜੇ ਮੈਤੀ ਤੋਂ ਉਲਟ ਜਿਹੜੇ ਕੁੱਕੀ ਤੇ ਹੋਰ ਲੋਕ ਨੇ ਉਹ ਹਿੱਸਾ ਸ਼ੁਰੂ ਕਰ ਦਿੰਦੇ ਨੇ, ਤੇ ਉੱਤੇ ਮੈਤੀ ਲੋਕ ਜਿਹੜੇ ਆ ਉਹ ਵੀ ਸੜਕਾਂ ਤੇ ਆ ਜਾਂਦੇ ਨੇ ਆਪਣੇ ਬਚਾਅ ਲਈ। ਦੋਨਾਂ ਧਿਰਾਂ ਵਿਚਾਲੇ ਇੰਨਾ ਵੱਡਾ ਸੰਘਰਸ਼ ਹੁੰਦਾ ਕਿ 160 ਲੋਕ ਮਾਰੇ ਜਾਂਦੇ ਆ। ਪਰ ਉਸ ਤੋਂ ਬਾਅਦ ਅਗਲੇ ਦਿਨ, ਇਹ 3 ਮਈ ਦੀ ਗੱਲ ਹੈ, 4 ਮਈ ਨੂੰ ਇੱਕ ਡੈਡ ਬੋਡੀ ਜਿਹੜੀ ਹੈ, ਲਾਸ਼ ਜਿਹੜੀ ਹੈ, ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਜਾਂਦੀ ਹੈ, ਜਿਹੜੀ ਕਿ ਇੱਕ ਪੋਲੀਥੀਨ 'ਚ ਲਿਪਟੀ ਹੁੰਦੀ ਹੈ। ਤੇ ਦਾਅਵਾ ਕੀਤਾ ਜਾਂਦਾ ਇੰਟਰਮੀਡੀਆ ਦੇ ਉੱਤੇ ਕਿ ਇਹ ਜਿਹੜਾ ਚੂੜ ਚੰਦਪੁਰਾ ਇਲਾਕਾ, ਉੱਥੇ ਆਦੀਵਾਸੀਆਂ ਨੇ ਜਿਹੜੇ ਹੈਗੇ ਇਸ ਔਰਤ ਦੀ ਜਿਹੜੀ ਹੱਤਿਆ ਕੀਤੀ ਹੈ। ਇਸ ਗੱਲ ਨੂੰ ਲੈ ਕੇ ਜਿਹੜਾ ਲੋਕ ਨੇ, ਮੈਤੀ ਭਾਈਚਾਰੇ ਦੇ ਲੋਕ ਜੀ, ਉਹਨਾਂ ਨੇ ਸਾਡੀ ਜਿਹੜੀ ਹੈ ਔਰਤ ਦੀ ਆਦੀਵਾਸੀਆਂ ਨੇ ਹੱਤਿਆ ਕਰਤੀ ਹੈ, ਤਾਂ ਉਹ ਵੀ ਜਿਹੜੇ ਗੁੱਸੇ ਜਾਂਦੇ, ਰੋਜ਼ ਆ ਜਾਂਦੇ, ਤੇ ਉਹਨਾਂ 'ਚ ਕੁਝ ਜਿਹੜੇ ਨੌਜਵਾਨ ਨੇ ਜਿਹੜੇ ਕਿ ਖਬਰ ਦੀ ਸੱਚਾਈ ਤੱਕ ਨਹੀਂ ਪਹੁੰਚਦੇ, ਉਹ ਇਦਾਂ ਦੀ ਜਿਹੜੀ ਖੌਫਨਾਕ ਘਟਨਾ ਨੂੰ ਅੰਜਾਮ ਦਿੰਦੇ ਨੇ। ਤਾਂ ਕਿਤੇ ਨਾ ਕਿਤੇ ਜਿਹੜੇ ਏਦਾਂ ਦੀ ਘਟਨਾ ਕਰਨ ਵਾਲੇ ਲੋਕ ਨੇ, ਇਹੋ ਜਿਹੀ ਵਾਇਰਲ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਗਲਤ ਹੱਥ ਕੰਡੇ ਅਪਣਾਏ ਜਾਂਦੇ ਨੇ, ਉਹ ਜਿਹੜੇ ਬੜੇ ਵੱਡੇ ਕਸੂਰਵਾਰ ਇਹ 'ਚ ਨਜ਼ਰ ਆ ਰਹੇ ਨੇ। ਤੇ ਉਸ ਘਟਨਾ ਤੋਂ ਬਾਅਦ ਉਸ ਤੋਂ 30 ਕਿਲੋਮੀਟਰ ਦੂਰ ਦੋ ਜਿਹੜੀਆਂ ਮੁਟਿਆਰਾਂ ਨੇ, ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਓਪੋਜਿਟ ਧਿਰ ਵੱਲੋਂ ਜਿਹੜਾ ਉਹ ਕੀਤਾ ਜਾਂਦਾ। ਇਹ ਕਿਤੇ ਨਾ ਕਿਤੇ ਜਿਹੜੀ ਇਦਾਂ ਦੀ ਸ਼ੁਰੂਆਤ ਹੈ, ਇਹ ਫੇਕ ਨਿਊਜ਼ ਜਿਹੜੀ ਹੈ, ਇਹ ਜਿਹੜੀ ਸਾਜ਼ਿਸ਼ ਕੋਈ ਰਚੀ ਜਾਂਦੀ ਹੈ, ਇਹ ਉਹਦੇ ਰਾਹੀਂ ਸ਼ੁਰੂ ਹੁੰਦੀ ਹੈ। ਤੇ ਵੱਡੀ ਇਹ 'ਚ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਆਜ਼ਾਦੀ ਘੁਲਾਟੀਆ ਸੀ, ਉਹਦੀ 80 ਸਾਲਾਂ ਦੀ ਜਿਹੜੀ ਪਤਨੀ ਸੀ, ਉਹਨੂੰ ਜਿਹੜਾ 28 ਮਈ ਨੂੰ ਸਵੇਰੇ ਜਿਹੜੇ ਆ ਉਹਨਾਂ ਨੇ ਹਥਿਆਰਬੰਦ ਲੋਕ ਆਏ ਨੇ, ਉਹਨੂੰ ਘਰ ਦੇ ਵਿੱਚ ਬੰਦ ਕਰਕੇ ਅੱਗ ਲਾ ਕੇ ਉੱਥੇ ਸਾੜ ਦਿੱਤਾ ਗਿਆ। ਜੇਕਰ ਜਿਹੜੇ ਲੋਕ ਹਿੰਸਾ ਦੇ ਪਾਰੂ ਨੇ, ਉਹਨਾਂ ਨੂੰ ਇਹੋ ਨਹੀਂ ਪਤਾ ਕਿ ਸਾਡੇ ਜਿਹੜੇ ਰਖਵਾਲੀ ਕਰਨ ਵਾਸਤੇ ਜਿਨ੍ਹਾਂ ਦੇ ਪਰਿਵਾਰਾਂ ਨੇ ਜਾਨਾਂ ਕੁਰਬਾਨ ਕਰਤੀਆਂ, ਕਿ ਅਸੀਂ ਉਹਨਾਂ ਦੇ ਨਾਲ ਵੀ ਜਿਹੜਾ ਉਹ ਐਸੇ ਤਰੀਕੇ ਨਾਲ ਜਿਹੜਾ ਮਜ਼ਹਬਾਂ ਦਾ ਜਾਂ ਫਿਰਕਿਆਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਕਾਰਵਾਈ ਕਰਾਂਗੇ, ਇਹ ਬੜਾ ਵੱਡਾ ਜਿਹੜਾ ਸਵਾਲ ਹੈ। ਕਿਵੇਂ ਦੇਖਦੇ ਹੋ ਕਮਰ ਮੰਜ਼ਲ? ਸੰਧੂ ਸਾਹਿਬ, ਮੈਂ ਤੁਹਾਡੀ ਸਾਰੀ ਗੱਲਬਾਤ ਤੋਂ ਇਸ ਨਿਚੋੜ ਦੇ ਪਹੁੰਚਿਆ ਹਾਂ ਕਿ ਇਹ ਕਿਤੇ ਨਾ ਕਿਤੇ ਜੋ ਮੈਂ ਮਹਿਸੂਸ ਕਰ ਰਿਹਾ, ਪ੍ਰੋਪਰ ਰਾਜਨੀਤੀ ਤੋਂ ਪ੍ਰੇਰਿਤ ਘਟਨਾ ਲੱਗਦੀ ਹੈ। ਜਿਹੜੇ ਵੀ ਦਾਲਾ ਜੋ ਤੋਂ ਰਾਜਨੀਤੀ ਤੋਂ ਬਾਹਰ ਨੇ, ਤਾਕਤ ਤੋਂ ਬਾਹਰ ਹੋਏ ਨੇ, ਉਹਨਾਂ ਦੀ ਫਰਸਟ੍ਰੇਸ਼ਨ ਹੋ ਸਕਦੀ ਹੈ। ਦੇਖੋ, ਇਹ ਟੋਟਲ ਜਿਹੜਾ ਇਹਦਾ ਬੇਸ ਆ, ਉਹ ਨਿਰਾਧਾਰ ਝੂਠ ਦੇ ਉੱਤੇ ਆਧਾਰਿਤ ਹੈ। ਇੱਕ ਫੇਕ ਨਿਊਜ਼ ਚਲਾਈ ਜਾਂਦੀ ਹੈ ਔਰ ਉਹਦੇ ਬਿਹਾਵ ਦੇ ਉੱਤੇ ਦੋ ਜਿਹੜੇ ਸਮੁਦਾਇ ਨੇ ਆਪਸ ਦੇ ਵਿੱਚ ਇਸ ਲੈਵਲ ਤੇ ਭਿੜ ਜਾਂਦੇ ਨੇ ਕਿ ਇਹ ਸਾਰੀ ਘਟਨਾ ਅੱਜ ਸਾਡੇ ਸਾਹਮਣੇ ਆਈ, ਉਹਦੇ ਤੇ ਚਰਚਾ ਕਰ ਰਹੇ ਹਾਂ।
ਬਟ ਇਹ ਬੜੀ ਵੱਡੀ ਮੈਂ ਕਹਿੰਦਾ ਉੱਥੇ ਮੌਕੇ ਦੀ ਸਰਕਾਰ ਦੀ ਵੀ ਮੈਂ ਇਹਨੂੰ ਨਲਾਇਕੀ ਕਹਾਂਗਾ ਕਿ ਜੇ ਇਸ ਚੀਜ਼ ਨੂੰ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਅਸਮਰੱਥ ਰਹਿੰਦੇ ਹਾਂ ਤੇ ਇਹ ਮੌਕੇ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਪਰ ਮੈਂ ਇਹ ਵੀ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਲੋਕ ਇਹਨੂੰ ਰਾਜਨੀਤਿਕ ਰੂਪ ਦੇ ਕੇ ਇਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਲਾਸ਼ਾਂ ਦੇ ਉੱਤੇ ਰਾਜਨੀਤੀ ਕਰਕੇ ਅੱਜ ਤੱਕ ਕਦੀ ਕਿਸੇ ਨੇ ਕੁਝ ਨਹੀਂ ਖਟਿਆ। ਅਸੀਂ ਥੋੜਾ ਪਿੱਛੇ ਚਲੇ ਜਾਂਦੇ ਆ, ਇਹ ਤੁਸੀਂ ਘਟਨਾ ਦਾ ਵਿਸਥਾਰ ਸੁਣਾ ਰਹੇ ਸੀ ਤੇ ਉਹਦੇ ਵਿੱਚ ਮੈਨੂੰ ਜੂਨ 1984 ਦੇ ਦਿਨ ਯਾਦ ਆ ਗਏ ਜਦੋਂ ਦਿੱਲੀ ਦੇ ਵਿੱਚ ਨਸਲਕੁਸ਼ੀ ਹੋਈ ਤੇ ਕੁਝ ਲਗਭਗ ਇਦਾਂ ਦਾ ਹੀ ਮੰਜ਼ਰ ਉੱਥੇ ਵੀ ਦੇਖਣ ਨੂੰ ਮਿਲਿਆ ਸੀਗਾ। ਪਰ ਲੇਕਿਨ ਜਿਨ੍ਹਾਂ ਲੋਕਾਂ ਨੇ ਉਹਨਾਂ ਹਰਕਤਾਂ ਨੂੰ ਅੰਜਾਮ ਦਿੱਤਾ ਤੇ ਉਹਨਾਂ ਦਾ ਕੀ ਹਸ਼ਰ ਹੋਇਆ ਉਹ ਵੀ ਅੱਜ ਅਸੀਂ ਲੋਕ ਸਾਰਿਆਂ ਨੇ ਦੇਖਿਆ ਆ। ਬਟ ਮੇਰਾ ਇਹ ਮੰਨਣਾ ਵਾ ਕਿ ਇਨਸਾਨੀਅਤ ਨਹੀਂ ਮਰਨੀ ਚਾਹੀਦੀ। ਸਭ ਤੋਂ ਪਹਿਲਾਂ ਅਸੀਂ ਇਨਸਾਨ ਆ। ਧਰਮ, ਜਾਤ ਪਾਤ, ਪਾਰਟੀਆਂ, ਇਹ ਸਾਰੀਆਂ ਚੀਜ਼ਾਂ ਸੈਕੰਡਰੀ ਹੋਣੀਆਂ ਚਾਹੀਦੀਆਂ। ਔਰ ਜੇ ਇਨਸਾਨੀਅਤ ਦਾ ਹਸ਼ਰ ਇਹ ਹੋਏਗਾ ਤੇ ਮੈਂ ਨਹੀਂ ਸਮਝਦਾ ਕਿ ਸਾਡਾ ਜਿਹੜੀ ਖਲਕਤ ਹੈ, ਜਿਹੜੀ ਸਾਡਾ ਸਮਾਜ ਆ, ਉਹ ਕਿਸੇ ਵੀ ਤਰੀਕੇ ਦੇ ਨਾਲ ਕੋਈ ਸੱਭਿਅਤ ਰਹਿ ਜਾਏਗਾ। ਇਹ ਪੂਰੀ ਤਰੀਕੇ ਨਾਲ ਸਾਡੇ ਸਮਾਜ ਦੀ ਅਸਫਲਤਾ ਆ। ਸਰਕਾਰਾਂ ਨੂੰ ਇਹਦੇ ਤੇ ਬਹੁਤ ਸਖਤ ਰੁਖ ਅਪਣਾਉਣਾ ਚਾਹੀਦਾ। ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਆ, ਚਾਹੇ ਉਹ ਪੱਛਮ ਬੰਗਾਲ ਹੈ, ਚਾਹੇ ਰਾਜਸਥਾਨ ਹੈ, ਚਾਹੇ ਮਨੀਪੁਰ ਹੈ, ਜਿੱਥੇ ਵੀ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਉਹਦੇ ਉੱਤੇ ਅੰਕੁਸ਼ ਲੱਗਣਾ ਬਹੁਤ 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 ਜ਼ਿਆਦਾ ਜ਼ਰੂਰੀ ਆ। ਔਰ ਇਹਦੇ ਵਾਸਤੇ ਇਹੋ ਜਿਹੀ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ ਕਿ ਦੁਬਾਰਾ ਕੋਈ ਇਹੋ ਜਿਹੀ ਹਰਕਤ ਕਰਨ ਲੱਗਿਆ ਉਹਦੀ ਰੂਹ ਕੰਬ ਜਾਵੇ। ਮੈਂ ਕਿਤੇ ਨਾ ਕਿਤੇ ਸੰਧੂ ਸਾਹਿਬ ਉਹ ਸਮਾਜ, ਸਾਡਾ ਸਮਾਜ ਉਸ ਚੀਜ਼ ਦੀ ਇਜਾਜ਼ਤ ਨਹੀਂ ਦੇਗਾ। ਪਰ ਮੇਰਾ ਇਹ ਮੰਨਣਾ ਕਿ ਜਿਹੜੇ UAE ਦੇ ਕਾਨੂੰਨ ਨੇ ਨਾ, ਉਹੋ ਜਿਹੇ ਕੋਈ ਕਾਨੂੰਨ ਇੱਥੇ ਵੀ ਸਾਨੂੰ ਆਧਾਰਿਤ ਕਰਨੇ ਚਾਹੀਦੇ ਨੇ ਵੀ ਜੇ ਕੋਈ ਕਿਸੇ ਔਰਤ ਨਾਲ ਗਲਤ ਕਰਦਾ ਹੈ ਜਾਂ ਕੋਈ ਦੇਸ਼ ਦੇ ਖਿਲਾਫ ਕੋਈ ਇਹੋ ਜਿਹੀ ਹਰਕਤ ਕਰਦਾ ਤੇ ਉਸ ਤਰੀਕੇ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਕਰਨਾ ਚਾਹੀਦਾ ਕਿ ਜਿਵੇਂ ਉਹ ਚੌਂਕ 'ਚ ਖੜਾ ਕਰਕੇ ਤੇ ਸੂਲੀ 'ਚ ਟੰਗ ਦਿੰਦੇ ਨੇ ਤੇ ਉਹਨੂੰ ਦੇਖ ਕੇ ਇੱਕ ਮੈਸੇਜ ਚਲਾ ਜਾਂਦਾ ਤੇ 0% ਕ੍ਰਾਈਮ ਉਹਨਾਂ ਕੰਟਰੀਆਂ ਦੇ ਵਿੱਚ। ਤੇ ਮੇਰਾ ਇਹ ਮੰਨਣਾ ਵਾ, ਮਤਲਬ ਕਿ ਸਮਾਜ ਇਹਦੀ ਸ਼ਾਇਦ ਪ੍ਰਮਾਣਤਾ ਨਾ ਦੇਵੇ, ਪਰ ਇਹ ਮੇਰੀ ਨਿੱਜੀ ਭਾਵਨਾ ਆ ਕਿ ਇਸ ਤਰੀਕੇ ਦਾ ਕਾਨੂੰਨ ਚਾਹੀਦਾ ਜਿਹੜਾ ਵੀ ਕੋਈ ਸ਼ਖਸ ਐਸੀ ਹਰਕਤ ਨੂੰ ਅੰਜਾਮ ਦਿੰਦਾ ਵਾ ਉਹਦੇ ਨਾਲ ਇੱਕ ਕਰੂੜ ਵਿਵਹਾਰ ਹੋਣਾ ਚਾਹੀਦਾ ਤਾਂ ਕਿ ਉਹਨੂੰ ਇੱਕ ਮੈਸੇਜ ਚਲਾ ਜਾਵੇ ਕਿ ਦੁਬਾਰਾ ਕੋਈ ਇਹੋ ਜਿਹੀ ਗਲਤੀ ਕਰਨ ਲੱਗਾ 1000 ਵਾਰ ਸੋਚੇ। ਮਹਿੰਦਰ ਜੀ, ਕਮਲ ਮੰਤਰ ਜੀ ਨੇ ਇੱਕ ਮਿਸਾਲ ਦਿੱਤੀ ਹੈ ਕੁਝ ਦੇਸ਼ਾਂ ਦੇ ਬਾਹਰਲਿਆਂ ਦੀ। ਕਹਿੰਦੇ ਜੀ ਉੱਥੇ ਜਿਹੜੀ ਪਰੰਪਰਾ ਚੱਲਦੀ ਆ, ਅੱਖ ਦੇ ਬਦਲੇ ਅੱਖ ਤੇ ਲੱਤ ਦੇ ਬਦਲੇ ਲੱਤ, ਜ਼ਿੰਦਗੀ ਦੇ ਬਦਲੇ ਜ਼ਿੰਦਗੀ ਲੈ ਲੈਣੀ ਚਾਹੀਦੀ ਆ। ਇਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਕਰਨ ਦੀ ਜ਼ਰੂਰਤ ਹੈ। ਪਰ ਦੂਜੇ ਪਾਸੇ ਜਦੋਂ ਅਸੀਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਇਹ ਜਿਹੜੀ ਪਰੰਪਰਾ ਜਿਹੜੀ ਲੋਕਾਂ ਦੇ ਵੱਲੋਂ ਆਈ ਹੈ ਕਿ ਦੇਸ਼ ਧਰੋਹ ਕਰਦਾ, ਉਹ ਤਾਂ ਰਾਜੇ ਰਜਵਾੜੇ ਸੀ। ਉਹ ਕਹਿੰਦੇ ਸਾਡਾ ਜਿਹੜਾ ਬਾਗੀ ਹੈ ਅਸੀਂ ਉਹਦਾ ਕੋਈ ਵੀ ਸਲੂਕ ਕਰ ਸਕਦੇ ਹਾਂ। ਤੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਕੀ ਸਲੂਕ ਹੋਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਕੀ ਸਲੂਕ ਹੋਇਆ, ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕੀ ਸਲੂਕ ਹੋਇਆ, ਸਿੱਖਾਂ ਨਾਲ ਕੀ ਸਲੂਕ ਹੋਇਆ, ਇਹ ਸਾਰਾ ਇਤਿਹਾਸ ਇਸ ਚੀਜ਼ ਦਾ ਗਵਾਹ ਹੈ। ਪਰ ਦੂਜੇ ਪਾਸੇ ਗੱਲ ਕਰਦੇ ਹਾਂ ਕਿ ਅਜੋਕਾ, ਕਹਿੰਦੇ ਜੀ ਹੁਣ ਜਿਹੜਾ ਮਨੁੱਖ ਆ ਅੱਜ ਦਾ, ਉਹ ਪਹਿਲਾਂ ਨਾਲੋਂ ਸੂਝਵਾਨ ਹੋ ਗਿਆ, ਪਹਿਲਾਂ ਨਾਲੋਂ ਸ਼ਾਇਦ ਸਿਆਣਾ ਹੋ ਗਿਆ। ਕਹਿੰਦੇ ਜਿਹੜਾ ਨਵਾਂ ਜ਼ਮਾਨਾ, ਇਹਦੇ ਵਿੱਚ ਏਦਾਂ ਦੀਆਂ ਸਖਤ ਬਦਲਾ ਲਊ ਕਾਰਵਾਈਆਂ ਦੀ ਕੋਈ ਜਗ੍ਹਾ ਨਹੀਂ ਹੈ। ਇਹਦੇ ਵਿੱਚ ਤਾਂ ਜਿਹੜੇ ਲੋਕ ਸਗੋਂ ਗਲਤ ਰਾਹੇ ਪਏ ਹੋਏ ਆ, ਜਿਹੜੇ ਕਿ ਇਸ ਤਰ੍ਹਾਂ ਦੀ ਨਫ਼ਰਤ ਲੈ ਕੇ ਜਿਹੜੇ ਮਨਾਂ 'ਚ ਤੁਰੇ ਫਿਰਦੇ ਨੇ, ਉਸ ਨਫ਼ਰਤ ਨੂੰ ਡਿਫਿਊਜ਼ ਕਰਨ ਦੀ ਜ਼ਰੂਰਤ ਹੈ। ਤੇ ਮਿੱਤਰੋ ਜੀ, ਜਦੋਂ ਆਪਾਂ ਗੱਲ ਕਰਦੇ ਜ਼ਿੰਦਗੀ 'ਚ ਕਿਸੇ ਨਾਲ ਗੱਲ ਕਰੀਏ, ਕਿਸੇ ਨੂੰ ਪੁੱਛੀਏ ਕਿ ਅਸਲ ਦੇ ਵਿੱਚ ਮਨੁੱਖ ਚਾਹੁੰਦਾ ਕੀ ਹੈ, ਤੇ ਉਹਦਾ ਸ਼ਾਇਦ ਇੱਕੋ ਇੱਕ ਜਵਾਬ ਹੁੰਦਾ ਕਿ ਮਨੁੱਖ ਸ਼ਾਂਤੀ ਚਾਹੁੰਦਾ। ਜੇ ਮਨੁੱਖ ਸ਼ਾਂਤੀ ਚਾਹੁੰਦਾ ਤੇ ਫਿਰ ਉਹ ਕਿਹੜੇ ਲੋਕ ਨੇ ਜਿਹੜੇ ਹਰ ਵਕਤ ਅਸ਼ਾਂਤ ਰਹਿੰਦੇ ਨੇ, ਦੂਜਿਆਂ ਨੂੰ ਵੀ ਅਸ਼ਾਂਤ ਕਰਨ ਲਈ ਤਿਆਰ ਰਹਿੰਦੇ ਨੇ। ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਅੱਜ ਦੁਨੀਆ ਦਾ ਨਜ਼ਰ ਮਾਰਦੇ ਆ, ਉਹਦੇ ਵਿੱਚ ਜਿਹੜਾ ਧਰਮ ਆ, ਜਿਹੜੇ ਗੁਣ ਨੇ ਧਰਮ ਦੇ, ਉਹਨਾਂ ਨੂੰ ਅਖਤਿਆਰ ਕਰਨ ਦੀ ਥਾਂ ਤੇ ਕੰਮ ਤੇ ਇਸੇ ਤਰੀਕੇ ਨਾਲ ਚੱਲਦਾ ਕਿ ਦੂਜਿਆਂ ਨੂੰ ਬੰਦੇ ਜਿਹੜੇ ਆ ਲੋਕੀ ਪ੍ਰੇਰਿਤ ਕਰਦੇ ਆ, ਦੂਜਿਆਂ ਨੂੰ ਕਹਿੰਦੇ ਨੇ ਕਿ ਹਾਂਜੀ ਸ਼ਾਂਤੀ ਰੱਖੋ ਜੀ, ਵਧੀਆ ਗੁਣ ਅਖਤਿਆਰ ਕਰੋ ਜੀ, ਪਰ ਆਪ ਮਨੁੱਖ ਚਾਹੁੰਦਾ ਕਿ ਮੈਨੂੰ ਕੋਈ ਰੋਕਣ ਟੋਕਣ ਵਾਲਾ ਹੋਵੇ, ਮੈਂ ਜੋ ਮਰਜ਼ੀ ਕਰੀ ਜਾਵਾਂ। ਤੇ ਕਿਤੇ ਨਾ ਕਿਤੇ ਜਿਹੜਾ ਏਦਾਂ ਦਾ ਪਿਛਲੇ ਸਮੇਂ 'ਚ ਵਾਪਰਿਆ, ਉਹਦਾ ਅੱਜ ਨਤੀਜਾ ਸਾਡੇ ਸਾਹਮਣੇ ਵੀ ਹੈ। ਕਿਉਂਕਿ ਗਿਆਨ ਵਾਪੀ ਦੇ ਉੱਤੇ ਵੀ ਅੱਜ ਹੀ ਸਰਵੇ ਹੋ ਰਿਹਾ ਹੈ, ਸਾਇੰਟੀਫਿਕ ਸਰਵੇ ਹੋ ਰਿਹਾ ਕਿ ਗਿਆਨ ਵਾਪੀ ਜਿਹੜੀ ਮਸਜਿਦ ਸਮਝਿਆ ਜਾਂਦਾ ਸੀ ਹੁਣ ਤੱਕ, ਤੇ ਉਹਦੇ ਜਿਹੜੇ ਕੰਪਲੈਕਸ ਦੇ ਵਿੱਚੋਂ ਕਹਿੰਦੇ ਸ਼ਿਵਲਿੰਗ ਤੇ ਹੋਰ ਜਿਹੜੇ ਹਿੰਦੂ ਪੁਰਾਤਨ ਰਵਾਇਤਾਂ ਸੀ, ਉਹਨਾਂ ਦੇ ਨਿਸ਼ਾਨ ਪਾਏ ਗਏ ਨੇ। ਉਹਦੇ ਉੱਤੇ ਇੱਕ ਧਾਰਾ ਚਾਹੁੰਦਾ ਕਿ ਇਹਦੀ ਜਾਂਚ ਹੋਵੇ ਹੀ ਨਾ, ਤੇ ਉਹਦੀ ਜਾਂਚ ਕਰਵਾਉਣ ਵਾਸਤੇ ਸੁਪਰੀਮ ਕੋਰਟ ਦੀ ਅਗਵਾਈ ਹੇਠ ਜਿਹੜਾ ਕੰਮ ਚੱਲ ਰਿਹਾ, ਉਹਦੇ ਤਹਿਤ ਇਸ ਤਰੀਕੇ ਦਾ ਪ੍ਰਬੰਧ ਕਰਨਾ ਜਾ ਰਿਹਾ ਕਿ ਉੱਥੋਂ ਦੇ ਕਮਿਸ਼ਨਰ ਨਾਲ ਵੀ ਮੀਟਿੰਗਾਂ ਹੋ ਰਹੀਆਂ, ਪੁਲਿਸ ਫੋਰਸ ਲੱਗੀ ਹੈ ਕੱਲ ਤੋਂ,
ਆਸ-ਪਾਸ ਰਾਤ ਨੂੰ ਹੀ ਫੋਰਸ ਲਾਤੀ ਸੀ ਸ਼ਹਿਰ 'ਚ ਸ਼ਾਂਤੀ ਬਹਾਲ ਕਰਨ ਵਾਸਤੇ। ਇਹ ਬੜੀ ਦੇਖੋ ਅਜੀਬ ਜਿਹੀ ਗੱਲ ਹੈ ਕਿ ਸ਼ਾਂਤੀ ਬਹਾਲੀ ਰਵੇ। ਜਿਹੜੇ ਲੋਕ ਭਟਕੇ ਹੋਏ ਲੋਕ ਨੇ, ਜਿਹੜਾ ਲੋਕਾਂ ਨੇ ਉਸ ਥਾਂ ਤੇ ਸੰਭਾਵੀ ਤੌਰ ਤੇ ਕੋਈ ਨਜਾਇਜ਼ ਕਬਜ਼ਾ ਕੀਤਾ ਆ, ਤੇ ਉਹ ਲੋਕ ਭੜਕ ਨਾ ਜਾਣ, ਤੇ ਇਸ ਕਰਕੇ ਜਿਹੜਾ ਪੁਲਿਸ ਦਾ ਪ੍ਰਬੰਧ ਕਰਨਾ ਪੈ ਰਿਹਾ, ਤੇ ਫਿਰ ਇਨਸਾਫ ਕਿੱਥੇ ਜਾਂਦਾ? ਜਿਹੜੇ ਲੋਕ ਅੱਜ ਵੀ ਇਦਾਂ ਦੇ ਖਤਰਾ ਜਿਹੜੇ ਬਣੇ ਹੋਏ ਲੋਕ ਨੇ, ਜਿਹੜੇ ਲਗਾਤਾਰ ਇੱਕ ਹੀ ਮਜ਼ਹਬ ਨੂੰ, ਇੱਕ ਹੀ ਰਵਾਇਤ ਨੂੰ ਜਿਹੜਾ ਸਾਰਿਆਂ ਉੱਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਆ, ਜੇ ਆਪਾਂ ਕਮਰ ਮੰਜ਼ਿਲ ਜੀ ਉਹਨਾਂ ਦੀ ਗੱਲ ਮੰਨ ਲੈਣੇ ਤੇ ਫਿਰ ਗੱਲ ਕਿੱਧਰ ਨੂੰ ਜਾਂਦੀ? ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇਹ ਵਿਚਾਰ ਚਰਚਾ ਜਿਹੜੀ ਹੈ ਨਾ ਜੀ, ਮੇਨ ਦੋ ਚੀਜ਼ਾਂ ਦੇ ਵਿੱਚ ਹੈ ਕਿ ਜਿਹੜਾ ਮਨੁੱਖ ਹੈ ਉਹ ਤਾਂ ਸ਼ਾਂਤੀ ਚਾਹੁੰਦਾ ਹੈ, ਤੇ ਜਿਹੜੇ ਮਨੁੱਖ ਦੇ ਭੇਸ ਦੇ ਵਿੱਚ ਮਨੁੱਖ ਨਹੀਂ ਹਨ ਉਹ ਸ਼ਾਂਤੀ ਨਹੀਂ ਚਾਹੁੰਦੇ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਲਚੀ ਹੋ ਗਏ ਆ। ਤੁਸੀਂ ਪੁਰਾਣੇ ਜਿੰਨੇ ਵੀ ਧਾਰਮਿਕ ਗ੍ਰੰਥ ਕੱਢ ਕੇ ਦੇਖ ਲਓ, ਇਤਿਹਾਸ ਕੱਢ ਕੇ ਦੇਖ ਲਓ, ਉਹ ਲੋਕ ਜਿਹੜੇ ਚਾਹੇ ਉਹ ਕੋਈ ਵੀ ਕਿਸੇ ਵੀ ਲੈਵਲ ਤੇ ਸੀ, ਉਹ ਬਿਨਾਂ ਲਾਲਚ ਕਰਦੇ ਸੀ, ਚਾਹੇ ਉਹ ਧਾਰਮਿਕ ਸੀ ਔਰ ਚਾਹੇ ਜਿਹੜੇ ਰਾਜੇ ਮਹਾਰਾਜੇ ਵੀ ਭਾਵੇਂ ਉਹਨਾਂ ਨੇ ਰਾਜਿਆਂ ਦਾ ਰੋਲ ਅਦਾ ਕੀਤਾ, ਪਰ ਉਹ ਨਿਸਵਾਰਥ ਭਾਵਨਾ ਦੇ ਨਾਲ ਸਭ ਇੱਕ ਨਜ਼ਰ ਦੇ ਨਾਲ ਦੇਖ ਕੇ ਜਿਹੜਾ ਆ ਉਹ ਜਦੋਂ ਚੱਲਦੇ ਸੀ, ਤਾਂ ਉਹਨਾਂ ਦਾ ਅੱਜ ਵੀ ਨਾਮ ਜਿਹੜਾ ਇਤਿਹਾਸ ਦੇ ਵਿੱਚ ਹੈਗਾ। ਹੁਣ ਗੱਲ ਆ ਗਈ ਜਿਹੜੀ ਗੱਲ ਮੰਜਨ ਸਾਹਿਬ ਕਰ ਰਹੇ ਲੋਕਤਾਂਤਰਿਕ ਦੇਸ਼ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਡੇ ਲਈ ਸੌਖੀਆਂ ਨਹੀਂ ਹੈ ਇਹ ਕਰਨੀਆਂ, ਪਰ ਉਹ ਲੋਕ ਵੀ ਤਾਂ ਸੰਧੂ ਸਾਹਿਬ ਇੱਥੇ ਮੌਜੂਦ ਨੇ ਜਿਹੜੇ ਸਿਸਟਮ ਨੂੰ ਸਮਝ ਕੇ ਰਾਜੀ ਨਹੀਂ ਹੈ, ਜਿਹੜੇ ਲੋਕ ਕਨਸਟੀਟਿਊਸ਼ਨ ਦੇ ਮੁਤਾਬਿਕ, ਸੰਵਿਧਾਨ ਦੇ ਮੁਤਾਬਿਕ ਚੱਲ ਕੇ ਰਾਜੀ ਨਹੀਂ ਹੈ, ਜਿਹੜੇ ਕੋਈ ਸਾਡੇ ਗੁਰੂਆਂ ਸਾਹਿਬਾਨਾਂ ਦੇ ਫਲਸਫੇ ਹੈ ਉਹਨਾਂ ਨੂੰ ਮੰਨ ਕੇ ਰਾਜੀ ਨਹੀਂ ਹੈ। ਚੰਦ ਚੀਜ਼ਾਂ ਦੀਆਂ ਲਾਲਚ ਦੇ ਲਈ ਉਹ ਜੁਰਮ ਦੇ ਉੱਤੇ ਜੁਰਮ ਕਰੇ ਜਾ ਰਹੇ ਆ, ਔਰ ਉਹ ਲੋਕ ਦੇਖਦੇ ਨਹੀਂ ਹੈ ਕਿ ਗੁਰੂ ਸਾਹਿਬਾਨਾਂ ਨੇ ਤਾਂ ਆਪਣਾ ਸ਼ਬਰ ਕਰ ਦਿੱਤਾ ਲੋਕਾਂ ਨੂੰ ਬਚਾਉਣ ਦੇ ਲਈ, ਔਰ ਇਹ ਲੋਕਾਂ ਨੂੰ ਕਤਲੇਆਮ ਕਰ ਰਹੇ ਆ ਆਪਣੇ ਕਿਸੇ ਲਾਲਚ ਦੇ ਲਈ। ਤੇ ਇਸ ਕਰਕੇ ਮੈਂ ਮੰਜ਼ਲ ਸਾਹਿਬ ਦੀ ਗੱਲ ਨਾਲ ਕਿਤੇ ਨਾ ਕਿਤੇ ਇਸ ਗੱਲ ਨਾਲ ਸਹਿਮਤ ਹਾਂ ਕਿ ਜਦੋਂ ਤੱਕ ਸਖਤੀ ਨਹੀਂ ਹੋਏਗੀ ਤੇ ਉਹ ਲੋਕ ਜਿਹੜੇ ਆ ਸਿੱਧੇ ਰਸਤੇ ਨੂੰ ਨਹੀਂ ਫੜਨਗੇ। ਲੋਕ ਸਿੱਧਾ ਰਸਤਾ ਇਸ ਲਈ ਨਹੀਂ ਫੜਦੇ ਕਿ ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ, ਸਿੱਧਾ ਰਸਤਾ ਉਦੋਂ ਫੜਦੇ ਆ ਜਦੋਂ ਉਹਨਾਂ ਨੂੰ ਕੋਈ ਡਰ ਪੈਂਦਾ ਹੈ ਕਿ ਅਗਰ ਸਾਡੇ ਅਸੀਂ ਕੋਈ ਕੁਕਰਮ ਕਰਾਂਗੇ, ਜੁਰਮ ਕਰਾਂਗੇ, ਤਾਂ ਸਾਨੂੰ ਇਸ ਦੀ ਸਜ਼ਾ ਉਹ ਮਿਲੇਗੀ ਜਿਹੜੀ ਸਾਡਾ ਸਾਰਾ ਕੁਝ ਤਬਾਹ ਕਰ ਦੇਗੀ, ਤਾਂ ਹੀ ਲੋਕ ਸਿੱਧੇ ਰਸਤੇ ਚੱਲਦੇ। ਜਿਹੜੇ ਆਪਣੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ, ਉਹ ਲੋਕ ਇਸ ਲਈ ਨਹੀਂ ਸਾਡੇ ਇਨਸਾਨ ਬਣੇ ਹੋਏ ਕਿ ਵੀ ਲਾਈਟਾਂ ਦੇ ਉੱਤੇ ਬੜੇ ਆਰਾਮ ਨਾਲ ਖੜ ਜਾਂਦੇ ਆ, ਕਿਸੇ ਨੂੰ ਬੜੀ ਜਲਦੀ ਪੈਸੇ ਆਰਾਮ ਨਾਲ ਕੰਮ ਕਰਵਾ ਕੇ ਦੇ ਦਿੰਦੇ ਆ, ਕਿਸੇ ਦੀ ਰਿਸਪੈਕਟ ਕਰਦੇ ਆ, ਕਿਸੇ ਨੂੰ ਗਾਲ ਨਹੀਂ ਕੱਢਦੇ। ਉਹ ਇਸ ਲਈ ਨਹੀਂ ਹੈ ਕਿ ਉੱਥੇ ਇਨਸਾਨੀਅਤ ਬਹੁਤ ਹੈ, ਸਿਰਫ ਇਸ ਲਈ ਹੈ ਕਿ ਉੱਥੇ ਦਾ ਸਿਸਟਮ ਜਿਹੜਾ ਉਹ ਬਹੁਤ ਟਾਈਟ ਹੈ, ਉਹਦੇ ਵਿੱਚੋਂ ਲੋਕਾਂ ਨੂੰ ਕੋਈ ਲੀਕ ਉਹ ਨਹੀਂ ਮਿਲਦੇ, ਕੋਈ ਚੋਰ ਰਸਤੇ ਨਹੀਂ ਮਿਲਦੇ ਕਿ ਇੱਧਰੋਂ ਦੀ ਨਿਕਲ ਜਾਓ। ਇਸ ਕਰਕੇ ਉਹ ਲੋਕ ਉੱਥੇ ਦੇ ਕਾਨੂੰਨ ਨੂੰ ਅੱਧੀ ਰਾਤ ਨੂੰ ਵੀ ਲਾਈਟ ਦੇ ਉੱਤੇ ਖੜ ਜਾਂਦੇ ਆ, ਸਿਰਫ ਇਸ ਲਈ ਨਹੀਂ ਕਿ ਵੀ ਲਾਈਟ ਲੰਘ ਜਾਵਾਂਗੇ ਤੇ ਸਾਨੂੰ ਕੋਈ ਇਹਦਾ ਕਿਸੇ ਨੇ ਪੁੱਛਣਾ ਨਹੀਂ। ਉਹ ਪਤਾ ਹੈ ਕਿ ਜੇ ਲਾਈਟ ਜੰਪ ਕਰਕੇ ਲੰਘੇ ਤਾਂ ਸਾਡੇ ਘਰ ਦਾ ਚਲਾਨ ਆ ਜਾਣਾ, ਸਾਡੇ ਅਕਾਊਂਟ ਤੋਂ ਪੈਸੇ ਕੱਟ ਜਾਣੇ ਆ, ਇਸ ਲਈ ਲੋਕ ਖੜਦੇ ਆ। ਲੋਕ ਉੱਤੇ ਕਿਸੇ ਨੂੰ ਮੰਨਦਾ ਇਸ ਲਈ ਨਹੀਂ ਬੋਲਦੇ, ਪਤਾ ਹੈ ਕਿ ਇਸ ਨੇ ਅਗਰ ਕੰਪਲੇਂਟ ਕਰਨੀ ਹੈ ਤਾਂ ਸਾਡੇ ਉੱਤੇ ਐਸੀ ਕਾਰਵਾਈ ਹੋਣੀ ਹੈ ਕਿ ਸਾਨੂੰ ਜੇਲ੍ਹ ਜਾਣਾ ਪਏਗਾ। ਇਸ ਕਰਕੇ ਉਹ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਆ। ਤੇ ਮੈਂ ਮੰਜ਼ਲ ਸਾਹਿਬ ਦੀ ਗੱਲ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ ਕਿ ਸਖਤ ਕਾਨੂੰਨ ਦੀ ਪਾਲਣਾ ਕਰਨਾ ਔਰ ਕਰਵਾਉਣਾ ਇਹ ਪ੍ਰਸ਼ਾਸਨ ਦਾ ਕੰਮ ਹੈ ਤੇ ਸਰਕਾਰ ਦਾ ਕੰਮ ਹੈ ਕਿ ਸਖਤ ਤੋਂ ਸਖਤ ਜਿਹੜੇ ਕਾਨੂੰਨ ਲੈ ਕੇ ਆਏ ਜਾਣ, ਜਿਹੜੇ ਹੈਗੇ ਉਹਨਾਂ ਨੂੰ ਮਿਲਿਆ ਜਾਵੇ, ਜਿੰਨੇ ਹੈਗੇ ਤਾਂ ਉਹਨਾਂ 'ਚ ਸੰਸ਼ੋਧਨ ਕੀਤਾ ਜਾਵੇ। ਜੀ, ਜਦ ਤੱਕ ਮਹਿੰਦਰੂ ਜੀ ਮੈਂ ਕੰਵਰ ਮੰਜ਼ਲ ਜੀ ਕੋਲ ਚੱਲਦਾ ਉਦੋਂ ਤੱਕ ਲਈ ਮੈਨੂੰ ਲੱਗਦਾ ਕਿ ਵਿੱਚ ਤਕਨੀਕੀ ਤੌਰ ਤੇ ਕੋਈ ਗੜਬੜ ਵਿੱਚ ਫੋਨ ਆ ਗਿਆ ਤੁਹਾਨੂੰ, ਉਹਦੇ ਕਰਕੇ ਆਵਾਜ਼ ਜਿਹੜੀ ਗੜਬੜਾਣੀ ਸ਼ੁਰੂ ਹੋ ਗਈ। ਤੁਸੀਂ ਜਰਾ ਇੱਕ ਵਾਰੀ ਛੱਡ ਕੇ ਰੀਜੁਆਇਨ ਕਰਿਓ ਤੇ ਉਹ ਤਾਂ ਮੈਂ ਕੰਵਰ ਮੰਜ਼ਲ ਜੀ ਨਾਲ ਜਿਹੜੀ ਆ ਉਹ ਅਗਲੀ ਗੱਲਬਾਤ ਜਿਹੜੀ ਆ ਉਹ ਸ਼ੁਰੂ ਕਰਦਾ। ਕੰਵਰ ਮੰਜ਼ਲ ਜੀ, ਜਿਵੇਂ ਮਹਿੰਦਰੂ ਜੀ ਕਹਿ ਰਹੇ ਆ, ਠੀਕ ਹੈ, ਤੁਹਾਡੀ ਗੱਲ ਦੇ ਵਿੱਚ ਸ਼ਾਮਲ ਤੇ ਜ਼ਰੂਰ ਹੋ ਰਹੇ ਨੇ, ਪਰ ਨਾਲ ਦੀ ਨਾਲ ਵੀ ਕਿਉਂਕਿ ਇਹ ਰੈੱਡ ਲਾਈਟ ਦਾ ਮਸਲਾ ਨਹੀਂ ਹੈ, ਤੇ ਨਾਲ ਇਹ ਜਿਹੜਾ ਤੁਸੀਂ ਮਿਸਾਲ ਦਿੱਤੀ ਹੈ, ਤੁਸੀਂ ਦਿੱਤੀ ਹੈ ਅਰਬ ਦੇ ਦੇਸ਼ਾਂ ਦੀ, ਕੁਝ ਮੁਲਕਾਂ ਦੀ, ਪਰ ਨਾਲ ਦੇ ਨਾਲ ਜੇ ਆਪਾਂ ਯੂਰਪ ਦੀ ਗੱਲ ਕਰੀਏ
ਯੂਰਪ ਦੇ ਲੋਕ ਵੀ ਸਾਡੇ ਨਾਲ ਕਾਫੀ ਐਡਵਾਂਸ ਨੇ, ਉੱਥੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਵਾਪਰਦੀਆਂ ਨੇ, ਪਰ ਉੱਥੇ ਇਸਲਾਮਿਕ ਕਾਨੂੰਨ ਤੇ ਲਾਗੂ ਨਹੀਂ ਗਏ। ਇਸ ਦੇ ਬਾਵਜੂਦ ਜਿਹੜੇ ਆ ਲੋਕ ਉਹ ਸਿਰਫ ਤੇ ਸਿਰਫ ਜਿਹੜਾ ਕਾਨੂੰਨ ਹੈ ਉਹ ਆਪਣਾ ਸਹੀ ਢੰਗ ਨਾਲ ਕੰਮ ਕਰਦਾ। ਇਸ ਕਾਰਨ ਜਾਂ ਦੂਜਾ ਕੀ ਕਾਰਨ ਹੈ ਕਿ ਸਾਡੇ ਜਿਹੜੇ ਲੋਕ ਨੇ ਉਹਨਾਂ 'ਚ ਹਿੰਸਾ ਦਾ ਜਿਹੜਾ ਰੁਝਾਨ ਆ ਉਹ ਘਟਣ ਦੀ ਥਾਂ ਤੇ ਲਗਾਤਾਰ ਵੱਧਦਾ ਕਿਉਂ ਜਾ ਰਿਹਾ? ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਜਿਹੜੀ ਸਾਡੇ ਦੇਸ਼ ਦੀ ਰਾਜਨੀਤੀ ਹੈ ਨਾ, ਮੈਂ ਜਿੱਥੋਂ ਤੱਕ ਸਮਝਦਾ ਬੜੇ ਵੱਡੇ ਲੈਵਲ ਤੱਕ ਸਾਡੇ ਰਾਜਨੇਤਾ ਜਿਹੜੇ ਨੇ ਇਹਨਾਂ ਦਾ ਕਿਤੇ ਨਾ ਕਿਤੇ ਕਸੂਰ ਰਹਿੰਦਾ। ਜਦੋਂ ਇਹ ਸੱਤਾ ਤੋਂ ਬਾਹਰ ਹੁੰਦੇ ਨੇ ਤੇ ਉਹ ਜਿਹੜੀ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਤੇ ਉਹ ਹਰ ਜਗ੍ਹਾ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ। ਜਦੋਂ ਇੱਕ ਧਿਰ ਸੱਤਾ ਤੋਂ ਦੂਰ ਹੁੰਦੀ ਹੈ ਤੇ ਦੂਜੀ ਧਿਰ ਜਿਹੜੀ ਆ ਚਾਹੇ ਪਾਵਰ ਚਾਹੇ ਧਿਰ ਨਿਆਂ ਕਰਨਾ ਸ਼ੁਰੂ ਕਰ ਦਿੰਦੀ ਹੈ, ਤੇ ਚਾਹੇ ਜਿਹੜੀ ਓਪੋਜੀਸ਼ਨ 'ਚ ਜਾਂਦੀ ਆ ਉਹ ਹਰ ਹੀਲਾ ਕੋਸ਼ਿਸ਼ ਕਰਦੀ ਕਿ ਮੈਂ ਜਿਹੜਾ ਸੱਤਾਧਾਰੀ ਆ ਉਹਨੂੰ ਪਰੇਸ਼ਾਨ ਕਰਕੇ ਰੱਖਾਂ। ਇਹ ਕਿਤੇ ਨਾ ਕਿਤੇ ਉਹ ਚੀਜ਼ਾਂ ਦੀ ਜਿਹੜੀ ਪ੍ਰੇਰਨਾ ਜਾਂ ਉਹਨਾਂ ਲੀਡਰਾਂ ਦਾ ਜਿਹੜਾ ਆਸ਼ੀਰਵਾਦ ਆ ਇਹਨਾਂ ਲੋਕਾਂ ਦੇ ਤੇ ਗੁੰਡਾ ਇਨਸਾਨਾਂ ਦੇ ਉੱਤੇ, ਉਸ ਚੀਜ਼ ਦਾ ਇੱਕ ਇਹ ਵੀ ਵੱਡਾ ਕਾਰਨ ਬਣਦੀ ਆ ਚੀਜ਼। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ, ਇਹ ਮੇਰੀਆਂ ਨਿੱਜੀ ਭਾਵਨਾਵਾਂ, ਮੇਰਾ ਆਕਰੋਸ਼, ਮੇਰਾ ਕ੍ਰੋਧ ਆ ਜਿਹਦੇ ਵਿੱਚ ਮੈਂ ਇਹ ਗੱਲਾਂ ਤੁਹਾਨੂੰ ਕਹਿ ਰਿਹਾ ਕਿ ਉਸ ਤਰੀਕੇ ਦੇ ਸਾਨੂੰ ਸਜ਼ਾਵਾਂ ਦੇ ਪ੍ਰਾਵਧਾਨ ਕਰਨੇ ਚਾਹੀਦੇ ਨੇ। ਬਾਕੀ ਫੈਸਲਾ ਸਰਕਾਰਾਂ ਨੇ ਲੈਣਾ, ਇਹ ਮੇਰੀ ਭਾਵਨਾ ਆ। ਦੇਖੋ, ਜਦੋਂ ਵੀ ਇਸ ਜਿਹੀ ਕਰੂਰਤਾ ਦੇਖਣ ਨੂੰ ਮਿਲਦੀ ਹੈ ਨਾ ਤੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਬਰਦਾਸ਼ਤ ਨਹੀਂ ਕੀਤਾ ਜਾਂਦਾ। ਮੈਂ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਅਲਫਾਜ਼ ਨੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜਿਹੜੀ ਮਾਂ ਸਾਨੂੰ ਜਨਮ ਦਿੰਦੀ ਆ, ਅਸੀਂ ਉਹਦੇ ਖਿਲਾਫ ਇਸ ਤਰ੍ਹਾਂ ਦੀ ਪ੍ਰਵਿਰਤੀ ਦਾ ਜਦੋਂ ਕਰਦੇ ਆ ਸਿਸਟਮ ਦੇ, ਉਹ ਇੱਕ ਮਤਲਬ ਕਿ ਇੰਨਾ ਕਿ ਜ਼ਿਆਦਾ ਤੁਹਾਨੂੰ ਕ੍ਰੋਧ ਤੇ ਕੋਸ਼ ਚ ਲੈ ਜਾਂਦੀ ਆ ਚੀਜ਼, ਕੋਈ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ। ਔਰ ਇਹੋ ਜਿਹੇ ਲੋਕਾਂ ਦੇ ਨਾਲ ਜਿਹੜਾ ਵਿਵਹਾਰ ਜੇ ਅਸੀਂ ਉਹਦੇ ਵਿੱਚ ਗੁੰਜਾਇਸ਼ ਰੱਖ ਕੇ ਚੱਲਾਂਗੇ ਦਇਆ ਭਾਵਨਾ ਦੀ, ਤੇ ਉਹ ਪੋਸੀਬਿਲਿਟੀ ਨਹੀਂ। ਜਿਸ ਇਨਸਾਨ ਦੀ ਤਰਬੀਅਤ, ਜਿਸ ਇਨਸਾਨ ਦੀ ਸੋਚ 'ਚ ਨਾ ਘਟੀਆ ਪਾਉਣੇ ਆ, ਉਹਦੇ ਨਾਲ ਉਹਦੇ ਰੂਪ 'ਚ ਹੀ ਇਹਨੂੰ ਨਜਿੱਠਣਾ ਪਏਗਾ। ਜੇ ਤੁਸੀਂ ਇਹਨੂੰ ਕਹੋ ਵੀ ਅਸੀਂ ਪਿਆਰ ਨਾਲ ਸਮਝਾਵਾਂਗੇ, ਮਿਲਾ ਪੁਸਲਾ ਕੇ ਸਮਝਾ ਲਾਂਗੇ, ਤੇ ਲੋਕ ਸਮਝਣ ਵਾਲੀਆਂ ਕਰਤੂਤਾਂ ਨਹੀਂ ਕਰ ਰਹੇ। ਪਰ ਕਮਰ ਮੰਜ਼ਲ ਜੀ, ਇੱਕ ਜੀ ਇੱਥੇ ਸਵਾਲ ਜ਼ਰੂਰ ਪੈਦਾ ਹੁੰਦਾ, ਜਿਵੇਂ ਆਪਾਂ ਹੁਣੇ ਚਰਚਾ ਕਰਕੇ ਹਟੇ ਆ ਕਿ ਮਣੀਪੁਰ ਜਿਹੜੀ ਘਟਨਾ ਵਾਪਰੀ ਉਹ ਇਸ ਗੱਲ ਦਾ ਪ੍ਰਤੀਕ ਸੀ ਕਿ ਇੱਕ ਭਾਈਚਾਰੇ ਦੀ ਜਿਹੜੀ ਔਰਤ ਆ ਉਹਦੇ ਨਾਲ ਵਧੀਕੀ ਕਰਕੇ ਉਹਨੂੰ ਮਾਰ ਦਿੱਤਾ ਗਿਆ। ਦਿੱਲੀ ਤੋਂ ਡੈੱਡ ਬੋਡੀ ਦੀ ਤਸਵੀਰ ਜਿਹੜੀ ਆ ਲਪੇਟੀ ਹੋਈ ਉੱਥੇ ਵਾਇਰਲ ਕਰਤੀ ਜਾਂਦੀ ਹੈ ਔਰ ਇਹ ਕਿਹਾ ਜਾਂਦਾ ਕਿ ਮਾਰ ਦਿੱਤੀ ਹੈ। ਜਿਵੇਂ ਆਪਾਂ ਗੱਲ ਕਹਿੰਦੇ ਜੈਸੇ ਕੋ ਤੈਸਾ, ਜਿੱਦਾਂ ਦਾ ਕੋਈ ਹੋਵੇ, ਜੇ ਕੋਈ ਸ਼ਰੀਫ ਹੈ ਉਹਦੇ ਨਾਲ ਸ਼ਰੀਫ ਵਾਲਾ ਵਿਵਹਾਰ ਹੁੰਦਾ, ਜਿਹੜਾ ਕੋਈ ਕ੍ਰਿਮੀਨਲ ਉਹਦੇ ਨਾਲ ਕ੍ਰਿਮੀਨਲ ਵਾਲਾ ਵਿਵਹਾਰ ਹੋਣਾ ਚਾਹੀਦਾ। ਤੇ ਕੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਇੱਕ ਭਾਈਚਾਰੇ ਨੂੰ ਅਗਰ ਇਹ ਕਹਿਤਾ ਜਾਵੇ ਕਿ ਭਾਈ ਤੇਰੀ ਮਾਂ ਨੂੰ ਮਾਰ ਦਿੱਤਾ ਗਿਆ ਜਾਂ ਤੇਰੀ ਮਾਂ ਨਾਲ ਆਹ ਸਲੂਕ ਕੀਤਾ ਗਿਆ ਫਲਾਣੇ ਵੱਲੋਂ, ਤੇ ਅੱਗਿਓਂ ਜੇ ਬੰਦਾ ਉਹਦੇ ਨਾਲ ਸਲੂਕ ਕਰਦਾ ਜਾ ਕੇ, ਤੇ ਉਸ ਬੰਦੇ ਲਈ ਹੀ ਸਿਰਫ ਸਜ਼ਾ ਦਾ ਪ੍ਰਬੰਧ ਕਿਉਂ? ਜਿਸ ਬੰਦੇ ਨੇ ਜਾਂ ਉਹਨੂੰ ਝੂਠ ਕਿਹਾ ਜਾਂ ਉਹਨੂੰ ਜਿਹੜਾ ਇਸ ਤਰ੍ਹਾਂ ਉਕਸਾਇਆ ਜਾਂ ਪ੍ਰੇਰਿਤ ਕੀਤਾ, ਉਹਦਾ ਕੀ ਬਣੂਗਾ? ਉਹ ਕਿਵੇਂ ਆਪਾਂ ਫੈਸਲਾ ਕਰ ਪਾਵਾਂਗੇ ਕਿ ਕਿਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਕਿਹੜੇ ਲੋਕ ਨੇ ਜਿਹੜੇ ਸਖਤ ਕਾਰਵਾਈ ਦੇ ਨਾਂ ਤੇ ਕਈ ਜਿਹੜੇ ਮਾਸੂਮ ਮਜਲੂਮ ਲੋਕ ਨੇ ਉਹਨਾਂ ਦਾ ਵੀ ਜਿਹੜਾ ਕਰਤਾ ਜਾਂਦਾ, ਖਾਤਮਾ ਕਰਤਾ ਜਾਂਦਾ, ਜਿਸ ਤਰ੍ਹਾਂ ਦਾ ਇਤਿਹਾਸ ਵਿੱਚ ਵਾਪਰਦਾ ਰਿਹਾ। ਤੇ ਅੱਜ ਵੀ ਏਦਾਂ ਹੀ ਹੈ, ਤਕੜੇ ਦਾ ਸੱਤੇ ਵੀ ਹੀ 100, ਤੇ ਜਿਹੜਾ ਕਮਜ਼ੋਰ ਹੈ ਉਹਨਾਂ ਨੂੰ ਲੱਖ ਲਾਹਣਤਾਂ ਪੈਂਦੀਆਂ ਨੇ। ਤੇ ਕਮਜ਼ੋਰ ਬੰਦਾ ਜਿਹੜਾ ਉਹਦੇ ਅਧਿਕਾਰਾਂ ਦੀ ਰੱਖਿਆ ਤੇ ਕਿਵੇਂ ਹੋਊਗੀ? ਕਿਵੇਂ ਦੇਖੋ ਮੈਂ ਬੇਨਤੀ ਕਰਾਂ, ਇੱਕ ਦੇਖੋ ਦੇਸ਼ ਦੇ ਵਿੱਚ ਇੱਕ ਕਾਨੂੰਨ ਵਿਵਸਥਾ ਚੱਲਦੀ ਹੈ। ਮੈਂ ਕਾਨੂੰਨ ਦੇ ਵਿੱਚ ਇਹ ਵਿਵਸਥਾ ਲਿਆਉਣ ਦੀ ਬੇਨਤੀ ਕੀਤੀ ਹੈ ਕਿ ਕਾਨੂੰਨ ਇੰਨਾ ਕੁ ਸਖਤ ਹੋਵੇ ਕਿ ਲੋਕ ਡਰ ਜਾਣ। ਇਹ ਕੋਈ ਇਸ ਗੱਲ ਦਾ ਜੰਗਲਰਾਜ ਬਣਾਉਣ ਦੀ ਜ਼ਰੂਰਤ ਨਹੀਂ ਕਿ ਜੇ ਮੇਰੇ ਨਾਲ ਕੋਈ ਅਨਿਆਏ ਆ ਤੇ ਮੈਂ ਹੀ ਬੰਦੇ ਵੱਢਣ ਤੁਰ ਪਵਾਂ। ਇਹ ਕੋਈ ਕਰਤੂਤ, ਇਹ ਜਿਹੜੀ ਇਹ ਇਹੋ ਚੀਜ਼ ਦੇ ਅੱਜ ਦੇਸ਼ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਿਹਦੇ ਵਿੱਚ ਅਸੀਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵਾਂਗੇ। ਜੇ ਤੁਹਾਡੇ ਨਾਲ ਕੋਈ ਗਲਤ ਵਤੀਰਾ ਵਾਪਰ ਗਿਆ ਤੇ ਉਹਦਾ ਨਾ ਇਹ ਫਰਜ਼ ਬਣਦਾ ਕਿ ਉਹ ਕਾਨੂੰਨ ਦਾ ਸਹਾਰਾ ਲੈਣ। ਉਹਨਾਂ ਨੇ ਕਾਨੂੰਨ ਦਾ ਸਹਾਰਾ ਨਹੀਂ ਲਿਆ, ਜਦ ਕੋਈ ਨਿਊਜ਼ ਹੀ ਫੇਕ ਸੀਗੀ, ਉਹਦੀ ਤਹਿ ਤੱਕ ਜਾਣਾ ਵੀ ਨਹੀਂ ਸਮਝਿਆ। ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ, ਇੱਕ ਉਹਨੂੰ ਵਕੂਆ ਬਣਾਇਆ ਗਿਆ ਵਾ। ਇੱਕ ਫੇਕ ਨਿਊਜ਼ ਦੇ ਸਿਰ ਦੇ ਉੱਤੇ ਅਸੀਂ 160 ਬੰਦੇ ਮਾਰ ਦਿਆਂਗੇ। ਇਹ ਕਿੰਦਰ ਦੀ ਕਰਤੂਤ ਆ। ਇਹਦਾ ਮਤਲਬ ਹੈ ਪ੍ਰੇਰਿਤ ਭਾਵਨਾ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ ਵਾ, ਜਿਹੜਾ ਕਿ ਸਾਡੇ ਦੇਸ਼ ਲਈ ਬੜਾ ਦੁੱਖਪੂਰਨ ਆ। ਔਰ ਮੈਂ ਇਹੋ ਬੇਨਤੀ ਤੁਹਾਨੂੰ ਪਹਿਲਾਂ ਵੀ ਕੀਤੀ ਕਿ ਮੇਰੀ ਵਿਚਾਰਧਾਰਾ ਆ ਕਿ ਕਾਨੂੰਨ ਦੇ ਵਿੱਚ ਐਸਾ ਸੰਸ਼ੋਧਨ ਕੀਤਾ ਜਾਵੇ ਕਿ ਜਿਹੜੇ ਵੀ ਲੋਕ ਇੱਕ ਨੀਚ ਹਰਕਤ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਹੀ ਨਜਿੱਠਿਆ ਜਾਵੇ। ਮੈਂ ਇਹ ਭਾਵਨਾ ਵਿਅਕਤ ਕਰ ਰਿਹਾ। ਮੈਂ ਇਹ ਨਹੀਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਤੁਸੀਂ ਉਹਨਾਂ ਦੇ ਬੰਦੇ ਵੜਦੇ ਤੇ ਉਹਨਾਂ ਦੇ ਵੜਦੇ ਨੇ। ਨਹੀਂ ਕੁਝ ਵੀ ਹੋਣਾ ਚਾਹੀਦਾ, ਜੰਗਲ ਰਾਜ ਨਹੀਂ ਆ। ਕਮਰ ਮੰਜ਼ਲ ਜੀ ਦਾ ਕਹਿਣਾ ਆ ਕਿ ਕਾਨੂੰਨ ਦੇ ਕੋਲ ਸਾਨੂੰ ਜਾਣਾ ਚਾਹੀਦਾ, ਕਾਨੂੰਨ ਦੀਆਂ ਜਿਹੜੀਆਂ ਰੱਖਿਅਕ ਸੰਸਥਾਵਾਂ ਉਹਨਾਂ ਕੋਲ ਜਾਣਾ ਚਾਹੀਦਾ। ਪਰ ਕਾਨੂੰਨ ਦਾ ਹਸ਼ਰ ਦੇਖੋ,
ਹੁਣ ਜ਼ਿਕਰ ਚੱਲ ਰਿਹਾ 84 ਦੀਆਂ ਘਟਨਾਵਾਂ ਦਾ ਵੀ ਕਿ 84 ਵਿੱਚ ਜੋ ਨਸਲਕੁਸ਼ੀ ਹੋਈ ਹੈ ਉਹਦੇ ਅੱਜ ਤੱਕ ਕਿੰਨੇ ਲੋਕਾਂ ਨੂੰ ਉਹਦੇ ਮੁਲਜ਼ਮ ਕਿੱਥੇ ਨੇ ਉਹਦਾ ਕਿਸੇ ਨੂੰ ਨਹੀਂ ਪਤਾ। ਸਿਰਫ ਕੁਝ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਇਲਜ਼ਾਮ ਲਾ ਰਹੇ ਲਓ ਜੀ ਇਹਨਾਂ ਨੇ ਜਨਤਾ ਨੂੰ ਭੜਕਾਤਾ, ਜਿਹੜੇ ਕਿਸੇ ਦੇ ਕਹਿਣ ਉੱਤੇ ਭੜਕ ਗਏ ਉਹ ਕਿੱਥੇ ਆ? ਉਹਨਾਂ 'ਚ ਕਿੰਨਿਆਂ ਨੂੰ ਫਾਂਸੀ ਲੱਗ ਗਈ ਹੈ, ਕਿੰਨਿਆਂ ਨੂੰ ਕਾਨੂੰਨ ਨੇ ਸਜ਼ਾ ਦੇ ਦਿੱਤੀ ਹੈ, ਤੇ ਲੋਕਾਂ ਦਾ ਕਾਨੂੰਨ ਤੇ ਵਿਸ਼ਵਾਸ ਕਿਵੇਂ ਬਹਾਲ ਹੋਏਗਾ ਜੇ ਸਾਡਾ ਕਾਨੂੰਨ ਹੀ ਕਿਸੇ ਗੱਲ ਦੇ ਉੱਤੇ 40 ਸਾਲ ਲਗਾ ਦੇਗਾ ਤੇ ਉਦੋਂ ਤੱਕ ਜਿਹੜੇ ਸਬੂਤ ਆ ਉਹ ਵੀ ਖੁਰਦ-ਬੁਰਦ ਹੋ ਜਾਣਗੇ ਤੇ ਸਬੂਤਾਂ ਤੋਂ ਬਗੈਰ ਉਹ ਕਹਿੰਦੇ ਆਪਾਂ ਕਰ ਕੁਛ ਨਹੀਂ ਸਕਦੇ। ਕਿਵੇਂ ਦੇਖਦੇ ਹੋ ਮਹਿੰਦਰੂ ਜੀ? ਸੰਧੂ ਸਾਹਿਬ ਬਾਰ-ਬਾਰ ਇਸੇ ਗੱਲ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ। ਮੇਰਾ ਵੀ ਔਰ ਮੰਜ਼ਿਲ ਸਾਹਿਬ ਦਾ ਵੀ ਕਹਿਣਾ ਇਹੀ ਹੈ ਕਿ ਕਾਨੂੰਨ ਜਿਹੜਾ ਹੈ ਸਖਤ ਤੋਂ ਸਖਤ ਹੋਣਾ ਚਾਹੀਦਾ ਹੈ। ਜਦੋਂ ਤੱਕ ਕਾਨੂੰਨ ਦਾ ਪਾਲਣ ਕਰਵਾਉਣ ਵਾਲੀਆਂ ਸਰਕਾਰਾਂ ਸਖਤ ਨਹੀਂ ਹੋਣਗੀਆਂ, ਜਦੋਂ ਤੱਕ ਕਾਨੂੰਨ ਦਾ ਪਾਲਣ ਕਰਨ ਵਾਲੀਆਂ ਨਿਆਂਇਆਲੇ ਜਿਹੜੇ ਸਖਤ ਨਹੀਂ ਹੋਣਗੇ, ਜਦੋਂ ਤੱਕ ਕਾਨੂੰਨ ਦਾ ਪਾਲਣ ਕਰਨ ਵਾਲਾ ਪ੍ਰਸ਼ਾਸਨ ਸਖਤ ਨਹੀਂ ਹੋਏਗਾ, ਉਨੀ ਦੇਰ ਇੱਥੇ ਕੁਝ ਨਹੀਂ ਹੋ ਸਕੇਗਾ। ਇਹ ਗੱਲ ਪੱਕੀ ਹੈ। ਚਾਹੇ ਉਹ ਕੇਂਦਰ ਸਰਕਾਰ ਹੋਵੇ, ਚਾਹੇ ਉਹ ਰਾਜ ਸਰਕਾਰ ਹੋਵੇ, ਚਾਹੇ ਉਹ ਜ਼ਿਲ੍ਹੇ ਦਾ ਪ੍ਰਸ਼ਾਸਨ ਹੋਵੇ, ਇਹ ਤਾਂ ਹੀ ਲੋਕਾਂ ਨੂੰ ਇਨਸਾਫ ਮਿਲ ਸਕੇਗਾ ਜਦੋਂ ਕੇਂਦਰ ਦੇ ਵਿੱਚੋਂ ਕਾਨੂੰਨ ਸਖਤ ਨਿਕਲਣ। ਸਰਕਾਰਾਂ ਜਿਹੜੀਆਂ ਰਾਜ ਸਰਕਾਰਾਂ ਆ ਉਹਨਾਂ ਦਾ ਪਾਲਣ ਕਰਨ ਲਈ ਆਪਣੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਉਸ ਦੀਆਂ ਤਾਕਤਾਂ ਦੇਣ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਉਹਨਾਂ ਦੇ ਉੱਤੇ ਕੰਮ ਕਰਦੇ ਹੋਏ ਜਿਹੜਾ ਆ ਨਿਚਲੇ ਸਤਰ ਦੇ ਉੱਤੇ ਇਨਸਾਫ ਮਿਲੇਗਾ, ਤਾਂ ਹੀ ਲੋਕਾਂ ਦਾ ਜਿਹੜਾ ਵਿਸ਼ਵਾਸ ਸਰਕਾਰਾਂ ਦੇ ਉੱਤੇ ਔਰ ਕਾਨੂੰਨ ਦੇ ਉੱਤੇ ਬਣੇਗਾ। ਔਰ ਸਾਡਾ ਕਹਿਣਾ ਸਿਰਫ ਇਹੀ ਮਤਲਬ ਹੈ ਕਿ ਸਰਕਾਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਰਟੀਆਂ ਨੂੰ, ਚਾਹੇ ਉਹ ਪਾਰਟੀਆਂ ਸੱਤਾ ਦੇ ਵਿੱਚ ਹੈਗੀਆਂ ਚਾਹੇ ਨਹੀਂ ਹੈਗੀਆਂ, ਅੱਜ ਕੀ ਹੁੰਦਾ ਹੈ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਨਹੀਂ ਹੁੰਦੀ ਉਹ ਸੱਤਾ ਵਾਲੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਕੋਈ ਨਾ ਕੋਈ ਸ਼ੜਯੰਤਰ ਰਚਦੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਨੁਕਸਾਨ ਲੋਕਾਂ ਦਾ ਹੁੰਦਾ। ਇਸ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਲਈ ਜਿਹੜਾ ਸੇਵਾ ਭਾਵਨਾ ਦੇ ਨਾਲ ਰਾਜਨੀਤੀ ਕਰਨੀ ਚਾਹੀਦੀ ਆ, ਤਾਂ ਹੀ ਸਾਡੇ ਦੇਸ਼ ਦਾ ਬੇੜਾ ਪਾਰ ਹੋ ਸਕੇਗਾ। ਨਹੀਂ ਹੈ ਤਾਂ ਜਦੋਂ ਤੱਕ ਕਾਨੂੰਨ ਸਖਤ ਨਹੀਂ ਹੋਏਗਾ ਜਾਂ ਸਰਕਾਰਾਂ ਜਿਹੜੀਆਂ ਇਹਦੇ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਣਗੀਆਂ ਜਾਂ ਜਿਹੜੇ ਪ੍ਰਸ਼ਾਸਨ ਹੈ ਉਹ ਇਹਨਾਂ ਦੇ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਣਗੇ ਔਰ ਪਰਿਪੱਕ ਨਹੀਂ ਹੋਣਗੇ ਇਹਨਾਂ ਚੀਜ਼ਾਂ ਨੂੰ ਕਾਨੂੰਨ ਦਾ ਪਾਲਣ ਕਰਵਾਉਣ ਦੇ ਲਈ, ਉਨੀ ਦੇਰ ਇੱਥੇ ਕੁਝ ਵੀ ਨਹੀਂ ਹੋ ਸਕੇਗਾ। ਇਸ ਦੀ ਕੋਈ ਸਾਡੀ ਰਿਕੁਐਸਟ ਹੈ ਇਸ ਚੈਨਲ ਦੇ ਰਾਹੀਂ, ਤੁਹਾਡੇ ਰਾਹੀਂ, ਤਾਂ ਕਿ ਕਾਨੂੰਨ ਵਿਵਸਥਾ ਜਿਹੜੀ ਆ ਉਹ ਇੰਨੀ ਮਜ਼ਬੂਤ ਹੋਣੀ ਚਾਹੀਦੀ ਆ, ਸਜ਼ਾਵਾਂ ਦਾ ਪ੍ਰਾਵਧਾਨ ਇੰਨਾ ਸਖਤ ਹੋਣਾ ਚਾਹੀਦਾ ਕਿ ਕੋਈ ਵੀ ਬੰਦਾ ਜੁਰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ 84 ਦੇ ਜਿਹੜਾ ਹਾਦਸੇ ਹੋਏ ਉਹਨਾਂ ਦੇ ਵਿੱਚ ਜਿਹੜਾ ਚੰਦ ਲੀਡਰਾਂ ਨੂੰ ਸਿਰਫ ਸਜ਼ਾਵਾਂ ਸੁਣਾਈਆਂ ਗਈਆਂ ਜਿਹੜੀਆਂ ਉਹ ਵੀ ਹਾਲੇ ਤੱਕ ਜਿਹੜੀਆਂ ਕੋਰਟ ਦੇ ਵਿੱਚ ਪੈਂਡਿੰਗ ਚੱਲੀਆਂ ਪਈਆਂ ਨੇ ਜਾਂ ਉਹਨਾਂ ਦੇ ਉੱਤੇ ਇੰਨਾ ਲੰਬਾ ਸਮਾਂ ਨਿਕਲ ਜਾਂਦਾ ਹੈ ਕਿ ਮਤਲਬ ਕਈ ਲੋਕ ਉਦਾਂ ਹੀ ਮਰ ਜਾਂਦੇ ਹੈਗੇ ਆ ਔਰ ਉਹਨਾਂ ਕੇਸਾਂ ਦਾ ਫੈਸਲਾ ਨਹੀਂ ਹੋ ਪਾਉਂਦਾ। ਤਾਂ ਇਸ ਕਰਕੇ ਲੀਡਰ ਹੀ ਜ਼ਿਆਦਾਤਰ ਇਹਨਾਂ ਚੀਜ਼ਾਂ ਦੇ ਵਿੱਚ ਸਾਹਮਣੇ ਆਉਂਦੇ ਆ। ਜਦੋਂ ਕਿਤੇ ਵੀ ਇਸ ਤਰ੍ਹਾਂ ਦੇ ਘਟਨਾਕ੍ਰਮ ਹੁੰਦੇ ਆ ਉਹਨਾਂ ਦੇ ਵਿੱਚ ਜਦੋਂ ਤੱਕ ਪਿੱਛੇ ਕੋਈ ਲੀਡਰ ਜਾਂ ਕੋਈ ਰਾਜਨੀਤਿਕ ਪਾਰਟੀ ਜਾਂ ਰਾਜਨੀਤਿਕ ਸੱਤਾ ਦੀ ਜਾਂ ਵਿਪਕਸ਼ੀ ਤਾਕਤ ਨਾ ਹੋਵੇ, ਉਨੀ ਦੇਰ ਕੋਈ ਵੀ ਲੋਕ ਐਡਾ ਵੱਡਾ ਜੁਰਮ ਕਰਨ ਦੀ ਹਿੰਮਤ ਨਹੀਂ ਕਰਦੇ। ਇਸ ਕਰਕੇ ਆਪਣੇ ਸਿਆਣਿਆਂ ਨੇ ਕਿਹਾ ਹੋਇਆ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਤੇ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਸੰਵੇਦਨਸ਼ੀਲਤਾ ਜਿਹੜੀ ਹੈ ਇਹਦੇ ਉੱਤੇ ਜਾਗਣੀ ਚਾਹੀਦੀ ਹੈ। ਉਹਨਾਂ ਦੇ ਮਨਾਂ ਦੇ ਅੰਦਰ ਜਾਗਣਾ ਚਾਹੀਦਾ ਕਿ ਕਾਨੂੰਨ ਵਿਵਸਥਾ ਉਹ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਕੋਈ ਵੀ ਬੰਦਾ ਜੁਰਮ ਕਰਕੇ ਬਚ ਨਾ ਸਕੇ, ਤਾਂ ਹੀ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਇਨਸਾਫ ਮਿਲੇਗਾ ਔਰ ਕਾਨੂੰਨ ਵਿਵਸਥਾ ਦੇ ਉੱਤੇ ਔਰ ਸਰਕਾਰਾਂ ਦੇ ਉੱਤੇ ਔਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਬਣੇਗਾ। ਬਿਲਕੁਲ ਜੀ, ਇੱਥੇ ਜਿਹੜੇ ਸ਼ਾਂਤੀ ਪਸੰਦ ਜਿਹੜੇ ਆ ਇਨਸਾਫ ਪਸੰਦ ਲੋਕ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਮਾਜ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਾਣ, ਵੱਧ ਤੋਂ ਵੱਧ ਇਸ ਗੱਲ ਨੂੰ ਆਮ ਲੋਕਾਂ ਦੇ ਵਿੱਚ ਪ੍ਰਚਾਰਨ, ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਤੁਸੀਂ ਜਿਹੜੇ ਆਪਣੀਆਂ ਲੀਡਰ ਚੁਣਨੇ ਨੇ, ਜਿਹੜੇ ਸੱਤਾਧਾਰੀ ਲੋਕ ਅੱਗੇ ਲੈ ਕੇ ਆਣੇ ਨੇ, ਉਹਨਾਂ ਲੋਕਾਂ ਨੂੰ ਲਿਆਂਦਾ ਜਾਵੇ ਜਿਹੜੇ ਸਾਰਿਆਂ ਨਾਲ ਬਰਾਬਰੀ ਦੀ ਗੱਲ ਕਰਨ, ਕਾਨੂੰਨ ਸਖਤ ਲਿਆ ਕੇ ਜਿਹੜੇ ਵਧੀਆ ਤਰੀਕੇ ਨਾਲ ਇਨਸਾਫ ਜਿਹੜਾ ਮਾਹੌਲ ਹੈ ਉਹਨੂੰ ਤਿਆਰ ਕਰਨ ਦੇ ਵਿੱਚ ਜਿਹੜਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹੋਣ, ਨਾ ਕਿ ਅਸੀਂ ਕੋਈ ਨਿੱਜੀ ਨਿੱਕੇ ਮਫਾਦਾਂ ਨੂੰ ਮੁੱਖ ਰੱਖ ਕੇ ਇਹ ਸੋਚੀਏ ਕਿ ਮੇਰੇ ਫਲਾਣੇ ਛੋਟੇ ਜਿਹੇ ਕੰਮ ਆਇਆ ਸੀਗਾ ਲੀਡਰ ਤੇ ਮੈਂ ਹੁਣ ਵੋਟ ਉਹਨੂੰ ਪਾਣੀ ਆ, ਉਹ ਚਾਹੇ ਭਾਵੇਂ ਜਿੱਡਾ ਵੱਡਾ ਮਰਜ਼ੀ ਗੁਨਾਹਗਾਰ ਹੋਵੇ ਤੇ ਚਾਹੇ ਭਾਵੇਂ ਉਹ ਕੱਲ ਨੂੰ ਸਾਜ਼ਿਸ਼ਾਂ ਕੱਢ ਕੇ ਸਾਰੇ ਸਮਾਜ ਲਈ ਖਤਰਾ ਬਣਦਾ ਹੋਵੇ। ਸੋ ਬੜੀ ਵੱਡੀ ਜਿਹੜੀ ਜ਼ਿੰਮੇਵਾਰੀ ਜਿੱਥੇ ਅਸੀਂ ਸਿਆਸੀ ਪਾਰਟੀਆਂ ਨੂੰ ਉਮੀਦ ਕਰਦੇ ਹਾਂ
ਉਹਨਾਂ ਦੇ ਜਿਹੜੇ ਆਗੂ ਉਹਨਾਂ ਨੂੰ ਕਹਿਣੇ ਚਾਹਾਂਗੇ ਜਿਹੜੇ ਉਹਨਾਂ ਦੇ ਵਿੱਚ ਸੁਹਿਰਦ ਨੇ, ਚੰਗੇ ਲੋਕ ਨੇ, ਅਸੀਂ ਉਹਨਾਂ ਰਾਹੀਂ ਉਹਨਾਂ ਪਾਰਟੀਆਂ ਨੂੰ ਇਹ ਸੁਨੇਹਾ ਜ਼ਰੂਰ ਪਹੁੰਚਾਉਣਾ ਚਾਹਾਂਗੇ ਕਿ ਉਹ ਵੀ ਆਪੋ ਆਪਣੀ ਪਾਰਟੀ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹ ਲੋਕ ਜਿਹੜੇ ਆ ਰਣਨੀਤੀ ਆਪਣੀ ਇਦਾਂ ਦੀਆਂ ਕਾਰਨ ਉਹ ਪਿਕ ਐਂਡ ਚੂਜ਼ ਨਾ ਕਰਨ, ਉਹ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ, ਉਹ ਇਹ ਨਾ ਦੇਖਣ ਕਿ ਇੱਥੇ ਜਿਹੜਾ ਗੁਨਾਹ ਕਰਨ ਵਾਲਾ ਉਹ ਮੇਰੇ ਕਿਤੇ ਖੁੰਡੇ ਦਾ ਬੰਦਾ ਸੀ, ਇਸ ਕਰਕੇ ਮੈਂ ਉਹਦੇ ਤੇ ਲਿਆ ਜਾਵਾਂ, ਤੇ ਜੇ ਕੋਈ ਦੂਜੇ ਜਿਹਨੂੰ ਪਸੰਦ ਆ ਉਸ ਪਰਿਵਾਰ ਨਾਲ ਸੰਬੰਧਿਤ ਵਿਅਕਤੀ ਹੈ, ਕੋਈ ਚਾਹੇ ਛੋਟੀ ਜਿਹੀ ਗਲਤੀ ਹੋਵੇ ਆਪਾਂ ਉਹਨੂੰ ਜ਼ਿਆਦਾ ਜਿਹੜੀ ਆ ਟੂਲ ਦੇਣਾ ਸ਼ੁਰੂ ਕਰ ਦਿੰਦੇ ਆ। ਇਦਾਂ ਦੇ ਹਾਲਾਤ ਤੋਂ ਜਿਹੜਾ ਉਹ ਬਚਣ ਦੇ ਵਾਸਤੇ ਜਿੱਥੇ ਸੁਹਿਰਦ ਲੀਡਰ ਨੇ ਜਿਹੜੇ ਵੱਖ-ਵੱਖ ਪਾਰਟੀਆਂ 'ਚ ਮੌਜੂਦ, ਉਹਨਾਂ ਦਾ ਫਰਜ਼ ਵੀ ਬਣਦਾ ਕਿ ਉਹਨੂੰ ਅੱਗੇ ਵਧਾਉਣ, ਤੇ ਸਾਡਾ ਆਮ ਜਨਤਾ ਦਾ, ਆਮ ਜਾਗਰੂਕ ਲੋਕਾਂ ਦਾ ਇਹ ਫਰਜ਼ ਬਣਦਾ ਕਿ ਅਸੀਂ ਸਮਾਜ ਵਿੱਚ ਇਸ ਗੱਲ ਨੂੰ ਲੈ ਕੇ ਜਾਈਏ ਕਿ ਭਾਈ ਜਿੱਦਾਂ ਦਾ ਤੁਸੀਂ ਕਰੋਗੇ ਉਦਾਂ ਦਾ ਪਾਓਗੇ, ਜਿੱਦਾਂ ਦਾ ਬੀਜੋਗੇ ਉਦਾਂ ਦਾ ਵੱਢੋਗੇ। ਇਸ ਕਰਕੇ ਜੇ ਸ਼ਾਂਤੀ ਚਾਹੁੰਦੇ ਹੋ ਤੇ ਸ਼ਾਂਤੀ ਬੀਜੋ, ਤੇ ਦੂਜਿਆਂ ਵਾਸਤੇ ਸ਼ਾਂਤੀ ਲੈ ਕੇ ਜਾਓ, ਸ਼ਾਂਤੀ ਫੈਲਾਓ, ਤਾਂ ਹੀ ਜਿਹੜਾ ਸਮਾਜ ਹੈ ਉਹ ਇੱਕ ਸੂਝਵਾਨ, ਸੁਚੱਜਾ ਤੇ ਆਧੁਨਿਕ ਸਮਾਜ ਖਵਾਏਗਾ। ਨਹੀਂ ਤਾਂ ਫਿਰ ਉਹ ਜੰਗਲ ਰਾਜ ਵਾਲੀ ਗੱਲ ਹੀ ਹੈ, ਇਹ ਤਾਂ ਜੰਗਲੀ ਲੋਕਾਂ ਵਾਲੀ ਗੱਲ ਹੈ। ਮੈਨੂੰ ਲੱਗਦਾ ਕਿ ਮਨੁੱਖ ਨੇ ਆਪਣੇ ਅੱਗੇ ਬੜਾ ਵੱਡਾ ਸਵਾਲਿਆ ਖੜਾ ਕਰ ਲਿਆ ਕਿ ਉਹ ਮਨੁੱਖ ਹੈ ਵੀ ਜਾਂ ਹਾਲੇ ਉਹ ਡੰਗਰ ਦਾ ਡੰਗਰ ਹੀ ਹੈ। ਤੇ ਇਹ ਵੱਡਾ ਸਵਾਲ ਛੱਡਦੇ ਹੋਏ ਇਹਦੇ ਉੱਤੇ ਤੁਹਾਡੀ ਕੀ ਰਾਏ ਆ, ਇਹ ਤੁਸੀਂ ਆਪਣੇ ਕਮੈਂਟ ਕਰਕੇ ਰਾਏ ਜ਼ਰੂਰ ਦੇਣਾ। ਇੱਥੇ ਆਪਾਂ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।